हेलो फ्रेंड्स, दिस इज हरविंदर सिंह एंड वेलकम टू द यूट्यूब चैनल सपोर्ट फॉर एजुकेशन। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 6 ਇੰਗਲਿਸ਼ ਦਾ ਚੈਪਟਰ ਨੰਬਰ 3 ਜਿਸ ਦਾ ਨਾਮ ਹੈ ਦ ਲੇਕ ਆਫ ਦ ਮੂਨ। ਦੋਸਤੋ, ਇਸ ਵੀਡੀਓ ਵਿੱਚ ਪਹਿਲਾਂ ਅਸੀਂ ਇਸ ਚੈਪਟਰ ਨੂੰ ਪੜਾਂਗੇ, ਸਮਝਾਂਗੇ ਅਤੇ ਬਾਅਦ ਵਿੱਚ ਇਸ ਦੇ ਕੁਐਸਚਨ ਆਨਸਰਸ ਕਰਾਂਗੇ। ਪਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੰਦੇਸ਼, ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਪ੍ਰੀ ਰੀਡਿੰਗ, ਜਿਸ ਵਿੱਚ ਅਸੀਂ ਡਿਫਿਕਲਟ ਵਰਡਸ ਦੇ ਅਰਥ ਕਰਾਂਗੇ। ਤੇ ਸਭ ਤੋਂ ਪਹਿਲਾ ਵਰਡ ਹੈ ਮੈਜੈਸਟਿਕ। ਮੈਜੈਸਟਿਕ ਦਾ ਮਤਲਬ ਹੁੰਦਾ ਇੰਪ੍ਰੈਸਿਵ ਜਾਂ ਤੁਸੀਂ ਕਹਿ ਸਕਦੇ ਹੋ ਸ਼ਾਨਦਾਰ। ਦੂਜਾ ਵਰਡ ਹੈ ਟਸਕਰ। ਪਰ ਟਸਕਰ ਤੋਂ ਪਹਿਲਾਂ ਸਾਨੂੰ ਟਸਕ ਦਾ ਮਤਲਬ ਪਤਾ ਹੋਣਾ ਚਾਹੀਦਾ। ਜਿਵੇਂ ਹਾਥੀ ਦੇ ਦੋ ਵੱਡੇ ਵੱਡੇ ਵਾਈਟ ਦੰਦ ਹੁੰਦੇ ਨੇ ਜੋ ਜਿਹੜੇ ਬਾਹਰ ਨੂੰ ਆ ਰਹੇ ਹੁੰਦੇ ਨੇ, ਉਹਨਾਂ ਨੂੰ ਟਸਕ ਕਿਹਾ ਜਾਂਦਾ ਤੇ ਟਸਕਰ ਹੈ ਉਹ ਇੱਕ ਹਾਥੀ ਨੂੰ ਕਿਹਾ ਜਾਂਦਾ ਤੇ ਹਾਥੀ ਨੂੰ ਟਸਕਰ ਕਿਹਾ ਜਾਂਦਾ। ਸੀਵੀਅਰ, ਸੀਵੀਅਰ ਦਾ ਮਤਲਬ ਹੁੰਦਾ ਗੰਭੀਰ। ਡਰਾਊਟ, ਡਰਾਊਟ ਦਾ ਮਤਲਬ ਹੁੰਦਾ ਸੁੱਕਾ। ਪ੍ਰੀਵੈਂਟ, ਪ੍ਰੀਵੈਂਟ ਦਾ ਮਤਲਬ ਹੁੰਦਾ ਰੋਕਣਾ। ਮੈਸੇਂਜਰ, ਮੈਸੇਂਜਰ ਹੁੰਦਾ ਸੰਦੇਸ਼ਵਾਹਕ ਜਾਂ ਤੁਸੀਂ ਦੂਤ ਵੀ ਕਹਿ ਸਕਦੇ ਹੋ, ਵੀ ਜਿਹੜਾ ਬੰਦਾ ਕੋਈ ਸੁਨੇਹਾ ਲੈ ਕੇ, ਕੋਈ ਮੈਸੇਜ ਲੈ ਕੇ ਜਾਂਦਾ। ਰਿਫਲੈਕਟ, ਰਿਫਲੈਕਟ ਦਾ ਮਤਲਬ ਹੁੰਦਾ ਪਰਛਾਵਾਂ। ਪ੍ਰੋਟੈਕਸ਼ਨ ਦਾ ਮਤਲਬ ਹੁੰਦਾ ਬਚਾਉਣਾ। ਡਿਸਟਰਬ ਦਾ ਮਤਲਬ ਹੁੰਦਾ ਪਰੇਸ਼ਾਨ ਕਰਨਾ, ਕਿਸੇ ਨੂੰ ਤੰਗ ਕਰਨਾ। ਤੇ ਟੂ ਐਂਡ ਫਰੋ ਦਾ ਮਤਲਬ ਹੁੰਦਾ ਇੱਧਰ ਉੱਧਰ। ਆਓ ਹੁਣ ਅਸੀਂ ਸਟੋਰੀ ਨੂੰ ਪੜ੍ਹਦੇ ਹਾਂ ਤੇ ਨਾਲ ਦੀ ਨਾਲ ਉਸ ਨੂੰ ਪੰਜਾਬੀ ਵਿੱਚ ਐਕਸਪਲੇਨ ਵੀ ਕਰਦੇ ਹਾਂ। Once upon a time, a large herd of elephants lived in a jungle. Their king was a huge, majestic tusker who loved his herd. ਤੇ ਸਭ ਤੋਂ ਪਹਿਲਾਂ ਸਾਨੂੰ herd, HERD ਦਾ ਮਤਲਬ ਪਤਾ ਹੋਣਾ ਚਾਹੀਦਾ। herd ਇੱਕ ਕਲੈਕਟਿਵ ਨਾਊਨ ਹੈ ਤੇ herd of elephants means ਕਿ ਹਾਥੀਆਂ ਦਾ ਝੁੰਡ, ਵੀ ਜਿੱਥੇ ਕਾਫੀ ਜ਼ਿਆਦਾ ਹਾਥੀ ਇਕੱਠੇ ਹੋਣ ਤੇ ਉਸ ਨੂੰ ਕਿਹਾ ਜਾਂਦਾ herd of elephants। ਤੇ ਇਸ ਦਾ ਅਰਥ ਹੈ ਕਿ ਇੱਕ ਵਾਰ ਦੀ ਗੱਲ ਹੈ, ਕਿਸੇ ਜੰਗਲ ਵਿੱਚ ਹਾਥੀਆਂ ਦਾ ਬਹੁਤ ਵੱਡਾ ਝੁੰਡ ਰਹਿੰਦਾ ਸੀ। ਉਹਨਾਂ ਦਾ ਰਾਜਾ ਬਹੁਤ ਵੱਡਾ, ਸ਼ਾਨਦਾਰ, ਲੰਬੇ ਦੰਦਾਂ ਵਾਲਾ ਹਾਥੀ ਸੀ ਜੋ ਆਪਣੇ ਝੁੰਡ ਨੂੰ ਬਹੁਤ ਪਿਆਰ ਕਰਦਾ ਸੀ। ਅ ਸੀਵੀਅਰ ਡਰੌਟ ਹਿੱਟ ਦਾ ਏਰੀਆ, ਤੇ ਉੱਥੇ ਉਸ ਥਾਂ ਵਿੱਚ ਕਾਫੀ ਜ਼ਿਆਦਾ ਸੁੱਕਾ ਪੈ ਗਿਆ। ਦੇਅਰ ਵਾਜ਼ ਨੋ ਰੇਨ ਫॉर ਸਮ ਈਅਰਸ, ਕਈ ਸਾਲ ਉੱਥੇ ਮੀਂਹ ਨਹੀਂ ਪਿਆ। ਆਲ ਦ ਰਿਵਰਸ ਐਂਡ ਪੌਂਡਸ ਡਰਾਈਡ ਅਪ, ਸਾਰੀਆਂ ਨਦੀਆਂ ਤੇ ਤਲਾਅ ਸੁੱਕੇ ਪੈ ਗਏ। ਬਰਡਸ ਐਂਡ ਐਨੀਮਲਸ ਸਟਾਰਟਡ ਡਾਈਂਗ ਆਫ ਥਰਸਟ, ਪੰਛੀ ਅਤੇ ਜਾਨਵਰ ਪਿਆਸ ਦੇ ਕਾਰਨ ਮਰ ਰਹੇ ਸਨ। ਦ ਵਾਈਲਡ ਐਲੀਫੈਂਟ ਸਫਰਡ ਟੂ ਡਿਊ ਟੂ ਲੈਕ ਆਫ ਵਾਟਰ, ਤੇ ਜੰਗਲੀ ਹਾਥੀਆਂ ਨੂੰ ਵੀ ਪਾਣੀ ਦੀ ਤੰਗੀ ਦੇ ਕਾਰਨ ਕਾਫੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਸੀ। ਦ ਕਿੰਗ ਆਫ ਐਲੀਫੈਂਟਸ ਅੰਡਰਸਟੂਡ ਦੈਟ ਮੈਨੀ ਆਫ them would die of thirst if they do not get water soon। ਤੇ ਹਾਥੀਆਂ ਦਾ ਰਾਜਾ ਸਮਝ ਗਿਆ ਸੀਗਾ ਕਿ ਜੇ ਹਾਥੀਆਂ ਨੂੰ ਵੀ ਪਾਣੀ ਨਾ ਮਿਲੇ ਤੇ ਉਹ ਵੀ ਹਾਥੀ ਵੀ ਮਰ ਜਾਣਗੇ, ਕਾਫੀ ਹਾਥੀ ਮਰ ਜਾਣਗੇ। He had to find water for his herd as quickly as possible। ਤੇ ਕਿੰਗ ਐਲੀਫੈਂਟ ਨੂੰ ਦੂਜੇ ਐਲੀਫੈਂਟਸ ਵਾਸਤੇ ਵੀ ਵਾਟਰ ਚਾਹੀਦਾ ਸੀ, ਉਹ ਵੀ ਜਲਦੀ ਤੋਂ ਜਲਦੀ, ਛੇਤੀ ਤੋਂ ਛੇਤੀ। He told elephants to go in different directions to look for water। ਤੇ ਕਿੰਗ ਐਲੀਫੈਂਟ ਨੇ ਦੂਜੇ ਐਲੀਫੈਂਟਸ ਨੂੰ ਕਿਹਾ ਕਿ ਉਹ ਪਾਣੀ ਦੀ ਭਾਲ ਵਿੱਚ ਵੱਖ-ਵੱਖ ਦਿਸ਼ਾਵਾਂ ਵਿੱਚ ਚਲੇ ਜਾਣ। One of them found a large lake full of water in another jungle far away। ਕਾਫੀ ਦੂਰ ਦੂਜੇ ਜੰਗਲ ਵਿੱਚ ਇੱਕ ਹਾਥੀ ਨੂੰ ਪਾਣੀ ਨਾਲ ਭਰੀ ਝੀਲ ਮਿਲ ਗਈ। The king was happy। He ordered all the elephants to start moving towards the lake। ਤੇ ਹੁਣ ਰਾਜਾ ਬਹੁਤ ਖੁਸ਼ ਸੀ ਤੇ ਉਸਨੇ ਬਾਕੀ ਹਾਥੀਆਂ ਨੂੰ ਕਿਹਾ ਕਿ ਤੁਸੀਂ ਸਾਰੇ ਉਸ ਲੇਕ ਦੇ ਵੱਲ ਚਲੇ ਜਾਓ। It was a beautiful lake, however, close to the lake was a colony of rabbits। The elephants had to pass through that colony। Thousands of rabbits were crushed to death and thousands were injured। The rabbits were in a state of panic। ਤੇ ਉਹ ਲੇਕ ਬਹੁਤ ਹੀ ਬਿਊਟੀਫੁਲ ਸੀਗੀ, ਬਹੁਤ ਸੋਹਣੀ ਝੀਲ ਸੀਗੀ ਤੇ ਲੇਕ ਦੇ ਕੋਲ ਇੱਕ ਕਲੋਨੀ ਆਫ ਰੈਬਿਟਸ ਸੀ। ਤੇ ਕਲੋਨੀ ਆਫ ਰੈਬਿਟਸ ਹੈ ਇੱਕ ਕਲੈਕਟਿਵ ਨਾਊਨ ਹੈ, ਮੀਨਸ ਕਿ ਜਿਹੜੀ ਥਾਂ ਦੇ ਵਿੱਚ ਕਾਫੀ ਜ਼ਿਆਦਾ ਰੈਬਿਟਸ ਰਹਿੰਦੇ ਹਨ ਤੇ ਉਸਨੂੰ ਕਲੋਨੀ ਆਫ ਰੈਬਿਟਸ ਕਿਹਾ ਜਾਂਦਾ। ਤੇ ਲੇਕ ਦੇ ਕੋਲ ਕਲੋਨੀ ਆਫ ਰੈਬਿਟਸ ਸੀ, ਉੱਧਰ ਕਾਫੀ ਜ਼ਿਆਦਾ ਰੈਬਿਟਸ ਰਹਿੰਦੇ ਸੀਗੇ ਤੇ ਐਲੀਫੈਂਟਸ ਨੂੰ, ਹਾਥੀਆਂ ਨੂੰ ਉਹ ਕਲੋਨੀ ਤੋਂ ਲੰਘ ਕੇ ਜਾਣਾ ਸੀਗਾ। ਤੇ ਜਿਹੜੇ ਰੈਬਿਟਸ ਨੇ, ਖਰਗੋਸ਼ ਨੇ, ਉਹ ਛੋਟੇ ਛੋਟੇ ਹੁੰਦੇ ਨੇ ਤੇ ਐਲੀਫੈਂਟ ਕਾਫੀ ਵੱਡੇ ਵੱਡੇ ਹੁੰਦੇ ਨੇ। ਤੇ ਜਦੋਂ ਐਲੀਫੈਂਟ ਚੱਲ ਰਹੇ ਸੀਗੇ ਤਾਂ ਹਾਥੀਆਂ ਦੇ ਪੈਰਾਂ ਥੱਲੇ ਕਾਫੀ ਜ਼ਿਆਦਾ ਰੈਬਿਟਸ ਆ ਕੇ ਉਹਨਾਂ ਦੀ ਮੌਤ ਹੋ ਗਈ, ਉਹਨਾਂ ਦੀ ਡੈਥ ਹੋ ਗਈ ਤੇ ਕਾਫੀ ਜ਼ਿਆਦਾ ਜਿਹੜੇ ਰੈਬਿਟ ਸੀਗੇ ਉਹ ਜ਼ਖਮੀ ਵੀ ਹੋ ਗਏ, ਇੰਜਰਡ ਵੀ ਹੋ ਗਏ। ਤੇ ਹੁਣ ਜਿਹੜੇ ਰੈਬਿਟਸ ਸਨ ਉਹ ਵਰ ਇਨ ਅ ਸਟੇਟ ਆਫ ਪੈਨਿਕ, ਉਹ ਘਬਰਾਏ ਹੋਏ ਸਨ। ਦੇਅਰ ਕਿੰਗ ਕਾਲਡ ਅ ਮੀਟਿੰਗ। ਤੇ ਹੁਣ ਕਿਹੜਾ ਕਿੰਗ ਹੈ? ਰੈਬਿਟਸ ਦਾ ਕਿੰਗ ਹੈ ਤੇ ਰੈਬਿਟਸ ਦੇ ਕਿੰਗ ਨੇ ਇੱਕ ਮੀਟਿੰਗ ਬੁਲਾਈ। ਅ ਹਰਡ ਆਫ ਵਾਈਲਡ ਐਲੀਫੈਂਟਸ ਇਜ਼ ਪਾਸਿੰਗ ਥਰੂ ਆਰ ਕਲੋਨੀ, ਹੀ ਸੈਡ। They have already killed thousands of us and several thousands have been injured। We must take urgent steps to prevent more deaths।
I want all of you to think of a way to save our race. ਤੇ ਰੈਬਿਟ ਦੇ ਕਿੰਗ ਨੇ, ਖਰਗੋਸ਼ ਦੇ ਕਿੰਗ ਨੇ ਮੀਟਿੰਗ ਵਿੱਚ ਕੀ ਕਿਹਾ ਕਿ a herd of elephants is passing through, ਕਿ ਹਾਥੀਆਂ ਦਾ ਝੁੰਡ ਹੈ ਲੰਘ ਰਿਹਾ ਸਾਡੀ ਕਲੋਨੀ ਵਿੱਚੋਂ, ਤੇ ਉਹਨਾਂ ਨੇ ਹਜ਼ਾਰਾਂ ਰੈਬਿਟਸ ਨੂੰ ਮਾਰ ਗਿਰਾਇਆ ਤੇ ਕਈ ਹਜ਼ਾਰ, ਸੈਵਰਲ ਮੀਨਸ ਕਿ 3-4 ਹਜ਼ਾਰ ਜਿਹੜੇ ਰੈਬਿਟਸ ਨੇ ਉਹ ਇੰਜਰਡ ਹੋ ਚੁੱਕੇ ਨੇ, ਉਹ ਜ਼ਖਮੀ ਹੋ ਚੁੱਕੇ ਨੇ। ਤੇ ਸਾਨੂੰ ਬਾਕੀ ਰੈਬਿਟਸ ਨੂੰ ਡੈਥ ਤੋਂ ਬਚਾਉਣ ਲਈ ਕੁਝ ਅਰਜੈਂਟ ਸਟੈਪਸ ਹੈ ਉਹ ਲੈਣੇ ਪੈਣੇ ਹਨ, ਤੇ ਸਾਨੂੰ ਕੋਈ ਨਾ ਕੋਈ ਤਰੀਕਾ ਲੱਭਣਾ ਪੈਣਾ ਤਾਂ ਕਿ ਅਸੀਂ ਆਪਣੀ ਨਸਲ, ਆਪਣੀ ਰੇਸ ਨੂੰ ਬਚਾ ਪਾਈਏ। The rabbits thought and thought. How could they stop the elephants? One little rabbit stood up. Your Majesty, he said, if you send me as your messenger to the king of the elephants, I may be able to find a solution. ਤੇ ਖਰਗੋਸ਼ ਹੈ ਸੋਚ ਰਹੇ ਸਨ ਕਿ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਐਲੀਫੈਂਟਸ ਤੋਂ। ਤੇ ਇੱਕ ਛੋਟਾ ਖਰਗੋਸ਼ ਹੈ ਉੱਠਿਆ, ਉਸਨੇ ਕਿਹਾ ਯੂਅਰ ਮੈਜੈਸਟੀ, ਮਹਾਰਾਜ, ਜੇ ਤੁਸੀਂ ਮੈਨੂੰ ਆਪਣਾ ਸੰਦੇਸ਼ਵਾਹਕ ਜਾਂ ਦੂਤ ਬਣਾ ਕੇ ਹਾਥੀਆਂ ਦੇ ਰਾਜੇ ਕੋਲ ਭੇਜੋ ਤਾਂ ਮੈਂ ਕੋਈ ਨਾ ਕੋਈ ਸੋਲਿਊਸ਼ਨ, ਕੋਈ ਨਾ ਕੋਈ ਹੱਲ ਹੈ ਉਹ ਲੱਭ ਸਕਦਾ ਹਾਂ। ਫਿਰ ਕੀ ਹੋਇਆ, ਉਸਨੂੰ ਪਰਮਿਸ਼ਨ ਮਿਲ ਗਈ। ਤੇ ਉਸ ਤੋਂ ਬਾਅਦ ਕੀ ਹੋਇਆ, ਦ ਲਿਟਲ ਰੈਬਿਟ ਹਰੀਡ ਟੂ ਦ ਸਪੌਟ ਵੇਅਰ ਐਲੀਫੈਂਟਸ ਲਿਵਡ। ਤੇ ਹੁਣ ਛੋਟਾ ਖਰਗੋਸ਼ ਉਸ ਥਾਂ ਵਿੱਚ ਚਲਾ ਗਿਆ ਜਿੱਥੇ ਕਿ ਹਾਥੀ ਰਹਿੰਦੇ ਸਨ। He saw a group of elephants returning from the lake. ਤੇ ਉਸਨੇ ਦੇਖਿਆ ਵੀ ਝੀਲ ਤੋਂ ਜਿਹੜੇ ਹਾਥੀਆਂ ਦਾ ਜਿਹੜਾ ਝੁੰਡ ਹੈ ਉਹ ਵਾਪਸ ਆ ਰਿਹਾ। Right in the middle was a king of elephants. ਤੇ ਉਹਨਾਂ ਦਾ ਜਿਹੜਾ ਰਾਜਾ ਹੈ ਐਲੀਫੈਂਟ, ਹਾਥੀਆਂ ਦਾ ਜਿਹੜਾ ਰਾਜਾ ਹਾਥੀ ਹੈ ਉਹ ਬਿਲਕੁਲ ਸੈਂਟਰ ਵਿੱਚ ਸੀ। To get near him was impossible. ਤੇ ਉਸਦੇ ਨੇੜੇ ਜਾਣਾ ਤੇ ਨਾਮੁਮਕਿਨ ਸੀਗਾ। I will be crushed to death. ਤੇ ਉਸਨੇ ਇਹ ਸੋਚਿਆ ਖਰਗੋਸ਼ ਨੇ ਕਿ ਮੈਂ ਤੇ ਮਾਰਿਆ ਜਾਵਾਂਗਾ, ਮੈਂ ਤੇ ਕੁਚਲਿਆ ਜਾਵਾਂਗਾ। ਤੇ thought the rabbit. So he climbed up a huge rock. "O king of elephants," he shouted, "hear me please." The king heard his voice and turned towards him. ਤੇ ਜਿਹੜਾ ਛੋਟਾ ਹਾਥੀ ਉਹ ਵੱਡੇ ਜਿਹੇ ਪੱਥਰ ਦੇ ਉੱਪਰ ਚੜਿਆ ਤੇ ਉਸਨੇ ਬੁਲਾਇਆ, ਉਹ ਹਾਥੀਆਂ ਦੇ ਰਾਜੇ, ਮੇਰੀ ਗੱਲ ਸੁਣੋ। ਤੇ ਕਿੰਗ ਐਲੀਫੈਂਟ ਨੇ ਉਸਦੀ ਗੱਲ ਸੁਣੀ ਤੇ ਉਸ ਕੋਲ ਜਾਣ ਲੱਗਾ। Who are you? he asked. ਤੇ ਕਿੰਗ ਐਲੀਫੈਂਟ ਨੇ ਪੁੱਛਿਆ, ਤੂੰ ਕੌਣ ਹੈ? I am a messenger, replied the rabbit. ਤੇ ਛੋਟੇ ਖਰਗੋਸ਼ ਨੇ ਕਿਹਾ ਕਿ ਮੈਂ ਮੈਸੇਂਜਰ ਹਾਂ, ਸੰਦੇਸ਼ਵਾਹਕ ਹਾਂ, ਦੂਤ ਹਾਂ, ਜਾਂ ਸੁਨੇਹਾ ਲੈ ਕੇ ਆਇਆ। A messenger from whom? ਵੀ ਤੂੰ ਕਿਹਦਾ ਦੂਤ ਹੈ? ਤੇ ਹਾਥੀ ਨੇ ਪੁੱਛਿਆ, I am a messenger from the mighty moon. ਤੇ ਹੁਣ ਖਰਗੋਸ਼ ਨੇ ਕੀ ਕਿਹਾ? ਖਰਗੋਸ਼ ਨੇ ਕਿਹਾ ਕਿ ਮੈਂ ਮਾਈਟੀ ਮੂਨ, ਸ਼ਕਤੀਸ਼ਾਲੀ ਚੰਨ, ਮੈਂ ਸ਼ਕਤੀਸ਼ਾਲੀ ਚੰਨ ਦਾ ਦੂਤ ਹਾਂ। Really? What do you want? Is there a message for me from the moon? ਤੇ ਉਸਨੇ ਕਿਹਾ ਕਿ ਸੱਚੀ ਤੂੰ ਮੂਨ ਦਾ ਹੀ ਮੈਸੇਂਜਰ ਹੈ, ਤੈਨੂੰ ਕੀ ਚਾਹੀਦਾ ਹੈ ਕਿ ਚੰਦਰਮਾ ਨੇ, ਚੰਨ ਨੇ ਮੈਨੂੰ ਕੀ ਸੁਨੇਹਾ ਭੇਜਿਆ? ਤੇ ਹੁਣ ਖਰਗੋਸ਼ ਨੇ ਕੀ ਕਿਹਾ, ਯੈਸ ਯੂਅਰ ਮੈਜੈਸਟੀ, ਬਟ ਯੂ ਮਸਟ ਨਾਟ ਬੀ ਐਂਗਰੀ ਵਿਦ ਮੀ, ਆਈ ਐਮ ਜਸਟ ਅ ਮੈਸੇਂਜਰ, ਆਈ ਐਮ ਜਸਟ ਡੂਇੰਗ ਮਾਈ ਡਿਊਟੀ। ਤੇ ਉਸਨੇ ਕਿਹਾ ਕਿ ਚੰਨ ਨੇ ਕੁਝ ਸੁਨੇਹਾ ਤੇ ਭੇਜਿਆ, ਬਟ ਤੁਸੀਂ ਮੈਨੂੰ ਗੁੱਸੇ ਨਾ ਹੋਣਾ, ਮੈਂ ਤਾਂ ਸਿਰਫ ਇੱਕ ਦੂਤ ਹਾਂ, ਮੈਂ ਤਾਂ ਆਪਣੀ ਡਿਊਟੀ ਕਰ ਰਿਹਾ, ਮੈਂ ਤਾਂ ਆਪਣਾ ਫਰਜ਼ ਨਿਭਾ ਰਿਹਾ। ਤੇ ਹੁਣ ਹਾਥੀ ਕੀ ਜਵਾਬ ਦਿੰਦਾ? ਕਿੰਗ ਐਲੀਫੈਂਟ ਕਹਿੰਦਾ, ਵੈਰੀ ਵੈਲ, a messenger is never punished for what he says. Say what you have come to say. I shall not harm you. You are just doing your duty, said the elephant king. ਤੇ ਉਹ ਐਲੀਫੈਂਟ ਕਿੰਗ ਕਹਿੰਦਾ ਕਿ ਜਿਹੜਾ ਦੂਤ ਹੁੰਦਾ ਤੇ ਉਸਨੂੰ ਸਜ਼ਾ ਨਹੀਂ ਦਿੱਤੀ ਜਾਂਦੀ, ਤੇ ਜੋ ਵੀ ਤੂੰ ਕਹਿਣਾ ਕਹਿ ਦੇ ਕਿ ਤੂੰ ਆਪਣੀ ਡਿਊਟੀ ਕਰ ਰਿਹਾ, ਮੈਂ ਤੈਨੂੰ ਨੁਕਸਾਨ ਨਹੀਂ ਪਹੁੰਚਾਵਾਂਗਾ। Sir, the moon says, said the little rabbit, you, the king of elephants, have brought your herd to my holy lake. You and your herd have soiled its water. You and your herd have killed thousands of rabbits on your way to lake. You must know that rabbits are under my special protection. Everyone knows that the king of rabbits lives with me. I ask you not to kill any more rabbits. If you do not agree, something bad will happen to you and your herd. ਤੇ ਖਰਗੋਸ਼ ਨੇ ਕਿਹਾ ਕਿ ਚੰਦਾ ਹੈ ਮੈਸੇਜ ਹੈ ਕਿ ਤੁਸੀਂ ਮੇਰੀ ਪਵਿੱਤਰ ਹੋਲੀ ਲੇਕ ਵਿੱਚ, ਪਵਿੱਤਰ ਝੀਲ ਵਿੱਚ ਜਿਹੜਾ ਆਪਣਾ ਹਾਥੀਆਂ ਦਾ ਝੁੰਡ ਲੈ ਆਏ ਹੋ ਤੇ ਸੋਇਲ ਕਰ ਦਿੱਤਾ, ਇਸਦੇ ਪਾਣੀ ਨੂੰ ਗੰਦਾ ਕਰ ਦਿੱਤਾ, ਦੂਸ਼ਿਤ ਕਰ ਦਿੱਤਾ। ਤੇ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਰੈਬਿਟ ਹੈ ਮੇਰੀ ਸੁਰੱਖਿਆ ਦੇ ਅੰਡਰ ਨੇ, ਤੇ ਜਿਹੜਾ ਕਿੰਗ ਆਫ ਰੈਬਿਟਸ ਉਹ ਮੇਰੇ ਨਾਲ ਹੀ ਰਹਿੰਦਾ ਹੈ। ਤੇ ਮੈਂ ਤੈਨੂੰ ਇਹ ਕਹਿ ਰਿਹਾ ਕਿ ਤੂੰ ਹੁਣ ਹੋਰ ਰੈਬਿਟਸ ਨੂੰ ਨਹੀਂ ਮਾਰਨਾ, ਤੇ ਜੇ ਤੂੰ ਹੋਰ ਰੈਬਿਟਸ ਨੂੰ ਮਾਰਿਆ ਤੇ ਮੇਰੀ ਗੱਲ ਨਹੀਂ ਮੰਨੀ ਤਾਂ ਕੁਝ ਬੁਰਾ ਹੋਏਗਾ ਤੇਰੇ ਨਾਲ ਤੇ ਤੇਰੇ ਝੁੰਡ ਦੇ ਨਾਲ। ਤੇ ਕਿੰਗ ਆਫ ਐਲੀਫੈਂਟ ਨੂੰ ਜਿਹੜਾ ਰੈਬਿਟ ਨੇ ਇਹ ਮੈਸੇਜ ਦਿੱਤਾ ਮੂਨ ਦਾ। ਤੇ ਉਸ ਤੋਂ ਬਾਅਦ ਕੀ ਹੋਇਆ? The king of elephants was shocked. He looked at the little rabbit. You are right, he said. We may have killed many rabbits on our way to the lake. I shall see that you do not suffer anymore. I shall request the moon to forgive me for my sins. Please tell me,
what I should do। ਤੇ ਹਾਥੀਆਂ ਦੇ ਰਾਜੇ ਨੂੰ ਸਦਮਾ ਲੱਗਿਆ, ਸ਼ੌਕ ਲੱਗਿਆ ਤੇ ਉਸਨੇ ਛੋਟੇ ਖਰਗੋਸ਼ ਵੱਲ ਦੇਖਿਆ ਤੇ ਕਿਹਾ ਕਿ ਤੂੰ ਠੀਕ ਕਹਿ ਰਿਹਾ ਕਿ ਅਸੀਂ ਕਾਫੀ ਖਰਗੋਸ਼ਾਂ ਨੂੰ ਮਾਰ ਗਿਰਾਇਆ ਤੇ ਹੁਣ ਅਸੀਂ ਇਹ ਦੇਖਾਂਗੇ ਕਿ ਤੁਹਾਨੂੰ ਹੋਰ ਪਰੇਸ਼ਾਨੀ ਨਾ ਹੋਏ। ਤੇ ਮੈਂ ਚੰਨ ਨੂੰ, ਮੂਨ ਨੂੰ ਵੀ ਇਹ ਬੇਨਤੀ ਕਰਦਾ ਕਿ ਉਹ ਮੇਰੇ ਸਿੰਸ, ਮੇਰੇ ਪਾਪ ਹੈ, ਉਹਨਾਂ ਨੂੰ ਮਾਫ ਕਰ ਦੇ। ਤੇ ਹੁਣ ਤੂੰ ਦੱਸ ਮੈਨੂੰ ਕੀ ਕਰਨਾ ਚਾਹੀਦਾ। ਤੇ ਕਿੰਗ ਐਲੀਫੈਂਟ ਪੁੱਛਦਾ ਖਰਗੋਸ਼ ਤੋਂ। ਤੇ ਖਰਗੋਸ਼ ਰੈਬਿਟ ਕੀ ਕਹਿੰਦਾ? ਕਮ ਵਿਦ ਮੀ ਅਲੋਨ, ਰਿਪਲਾਈਡ ਦਾ ਰੈਬਿਟ, ਕਮ ਆਈ ਸ਼ੈਲ ਟੇਕ ਯੂ ਟੂ ਦਾ ਮੂਨ। ਫਿਰ ਰੈਬਿਟ ਕਹਿੰਦਾ ਕਿ ਤੁਸੀਂ ਮੇਰੇ ਨਾਲ ਇਕੱਲੇ ਹੀ ਆ ਜਾਓ। ਕਿੰਗ ਐਲੀਫੈਂਟ ਨੂੰ ਕਹਿੰਦਾ ਕਿ ਮੈਂ ਤੈਨੂੰ ਮੂਨ ਤੱਕ ਲੈ ਜਾਵਾਂਗਾ। The little rabbit took the huge elephant to the lake. There they saw that moon reflected in the still water. There, your majesty, meet the moon, said the little rabbit. ਤੇ ਉਹ ਲਿਟਲ ਰੈਬਿਟ ਆ ਵੱਡੇ ਜਿਹੇ ਐਲੀਫੈਂਟ ਨੂੰ ਲੇਕ ਵਿੱਚ ਲੈ ਗਿਆ ਤੇ ਹੁਣ ਲੇਕ ਵਿੱਚ ਨਾ ਮੂਨ ਦਾ ਚੰਨ ਦਾ ਪਰਛਾਵਾਂ ਪੈ ਰਿਹਾ ਸੀਗਾ। ਤੇ ਰੈਬਿਟ ਨੇ ਕਿੰਗ ਐਲੀਫੈਂਟ ਨੂੰ ਕਿਹਾ, ਮਹਾਰਾਜ ਤੁਸੀਂ ਮੂਨ ਨੂੰ ਮਿਲੋ। ਤੇ ਹੁਣ ਐਲੀਫੈਂਟ ਕੀ ਕਹਿੰਦਾ? ਲੈਟ ਮੀ ਵਰਸ਼ਿਪ ਦਾ ਮੂਨ, said the elephant and dipped his trunk into the water. ਤੇ ਕਿੰਗ ਐਲੀਫੈਂਟ ਕਹਿੰਦਾ ਕਿ ਮੈਨੂੰ ਹੁਣ ਮੂਨ ਦੀ, ਚੰਨ ਦੀ ਪੂਜਾ ਕਰਨ ਦਿਓ ਤੇ ਉਸਨੇ ਆਪਣੀ ਟਰੰਕ, ਆਪਣੀ ਸੁੰਡ ਪਾਣੀ ਵਿੱਚ ਡਿਪ ਕੀਤੀ। At once the water got disturbed and the moon in the water moved to and fro. The rabbit said, now the moon is angrier than ever. ਤੇ ਉੱਥੇ ਤਾਂ ਮੂਨ ਦਾ ਪਰਛਾਵਾਂ ਸੀ ਤੇ ਜਦੋਂ ਹਾਥੀ ਨੇ ਕਿਹਾ ਕਿ ਮੈਨੂੰ ਮੂਨ ਦੀ ਪੂਜਾ ਕਰਨ ਦਿਓ ਤਾਂ ਉਸਨੇ ਆਪਣੀ ਸੁੰਡ ਪਾਣੀ ਵਿੱਚ ਡਿਪ ਕੀਤੀ ਤੇ ਉਸ ਤੋਂ ਬਾਅਦ ਕੀ ਹੋਇਆ, ਜਿਹੜਾ ਮੂਨ ਦਾ ਪਰਛਾਵਾਂ ਪਾਣੀ ਵਿੱਚ ਸੀਗਾ ਤੇ ਪਾਣੀ ਹਿੱਲਣ ਡੁੱਲਣ ਲੱਗਿਆ ਤੇ ਪਰਛਾਵਾਂ ਵੀ ਹਿੱਲਣ ਡੁੱਲਣ ਲੱਗ ਪਿਆ। ਤੇ ਖਰਗੋਸ਼ ਨੇ ਹਾਥੀ ਨੂੰ ਕਿਹਾ ਕਿ ਹੁਣ ਮੂਨ ਨੂੰ, ਚੰਨ ਨੂੰ ਬਹੁਤ ਗੁੱਸਾ ਆ ਰਿਹਾ ਕਿ ਪਹਿਲਾਂ ਨਾਲੋਂ ਵੀ ਵੱਧ ਗੁੱਸਾ। ਵਾਈ ਆਸਕਡ ਦ ਐਲੀਫੈਂਟ ਕਿੰਗ, ਵਾਟ ਡਿਡ ਆਈ ਡੂ। ਫਿਰ ਐਲੀਫੈਂਟ ਕਿੰਗ ਨੇ ਪੁੱਛਿਆ ਕਿ ਕਿਉਂ, ਕਿ ਮੈਂ ਕੀ ਕੀਤਾ ਹੁਣ। ਤੇ ਉਸਨੇ ਕੀ ਰਿਪਲਾਈ ਕੀਤਾ ਰੈਬਿਟ ਨੇ? ਯੂ ਟੱਚ ਦ ਹੋਲੀ ਵਾਟਰਸ ਆਫ ਦ ਲੇਕ, ਰਿਪਲਾਈਡ ਦ ਰੈਬਿਟ, ਕਿ ਤੂੰ ਲੇਕ ਦੇ ਪਵਿੱਤਰ ਜਲ ਨੂੰ ਛੂ ਲਿਆ। ਦ ਐਲੀਫੈਂਟ ਬੋਡ ਹਿਜ਼ ਹੈਡ, ਫਿਰ ਹਾਥੀ ਨੇ ਸੀਸ ਝੁਕਾਇਆ। ਪਲੀਜ਼ ਆਸਕ ਦ ਮੂਨ ਟੂ ਫੋਰਗਿਵ ਮੀ, ਨੈਵਰ ਅਗੇਨ ਵਿਲ ਵੀ ਟੱਚ ਦ ਹੋਲੀ ਵਾਟਰਸ ਆਫ ਦਿਸ ਲੇਕ। ਫਿਰ ਐਲੀਫੈਂਟ ਨੇ ਰੈਬਿਟ ਨੂੰ ਕਿਹਾ ਕਿ ਮੂਨ ਨੂੰ ਇਹ ਕਹਿ ਦੇ ਕਿ ਮੈਨੂੰ ਮਾਫ ਕਰ ਦੇ, ਹੁਣ ਅਸੀਂ ਕਦੇ ਵੀ ਇਸ ਝੀਲ ਦੇ ਪਾਣੀ ਨੂੰ, ਇਸ ਲੇਕ ਦੇ ਪਾਣੀ ਨੂੰ ਟੱਚ ਨਹੀਂ ਕਰਾਂਗੇ। Never again will we harm the rabbits who the moon loves so much. ਤੇ ਅਸੀਂ ਹੁਣ ਰੈਬਿਟਸ ਨੂੰ, ਖਰਗੋਸ਼ਾਂ ਨੂੰ ਵੀ ਨੁਕਸਾਨ ਨਹੀਂ ਪਹੁੰਚਾਵਾਂਗੇ ਜਿਨ੍ਹਾਂ ਨੂੰ ਮੂਨ, ਚੰਨ ਬਹੁਤ ਪਿਆਰ ਕਰਦਾ। And the king and his herd went away. ਤੇ ਕਿੰਗ ਐਲੀਫੈਂਟ ਤੇ ਉਸ ਦਾ ਪੂਰਾ ਹਾਥੀਆਂ ਦਾ ਝੁੰਡ ਉਹ ਚਲਾ ਗਿਆ। Soon there was rain and the elephants lived happily. ਤੇ ਹੁਣ ਉਸ ਤੋਂ ਬਾਅਦ ਮੀਂਹ ਪੈ ਗਿਆ ਤੇ ਹੁਣ ਹਾਥੀ ਖੁਸ਼ੀ ਨਾਲ ਰਹਿੰਦੇ ਸਨ। It did not occur to him ever that a little rabbit had fooled him. ਤੇ ਕਿੰਗ ਐਲੀਫੈਂਟ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਚੱਲਿਆ ਕਿ ਜਿਹੜਾ ਲਿਟਲ ਰੈਬਿਟ ਹੈ, ਛੋਟਾ ਜਿਹਾ ਖਰਗੋਸ਼ ਹੈ, ਉਸਨੇ ਉਸਨੂੰ ਫੂਲ ਬਣਾਇਆ, ਮੂਰਖ ਬਣਾ ਦਿੱਤਾ। ਤੇ ਕੀ ਕਹਿ ਕੇ ਫੂਲ ਕੀਤਾ, ਮੂਰਖ ਬਣਾਇਆ? ਤੇ ਪਹਿਲਾਂ ਤਾਂ ਇਹ ਕਹਿ ਦਿੱਤਾ ਕਿ ਚੰਨ ਨੂੰ ਬਹੁਤ ਗੁੱਸਾ ਹੈ, ਫਿਰ ਇਹ ਕਿ ਝੂਠੀ ਕਹਾਣੀ ਬਣਾਤੀ ਵੀ ਚੰਨ ਨੇ, ਮੂਨ ਨੇ ਸੁਨੇਹਾ ਭੇਜਿਆ। ਤੇ ਬਾਅਦ ਵਿੱਚ ਜਦੋਂ ਪਾਣੀ ਹਿੱਲਣ ਲੱਗਾ, ਪਰਛਾਵਾਂ ਹਿੱਲਣ ਲੱਗਾ ਮੂਨ ਦਾ, ਤੇ ਉਸਨੇ ਇਹ ਕਹਿ ਦਿੱਤਾ ਕਿ ਮੂਨ ਇਜ਼ ਐਂਗਰੀ। ਤੇ ਇਸ ਤਰ੍ਹਾਂ ਆਪਣੀ ਸਮਝਦਾਰੀ ਨਾਲ ਰੈਬਿਟ ਨੇ ਆਪਣੇ ਆਪ ਨੂੰ ਤੇ ਆਪਣੇ ਸਾਥੀਆਂ ਨੂੰ ਹਾਥੀਆਂ ਤੋਂ ਬਚਾਇਆ। ਤੇ ਦੋਸਤੋ ਐਸੀ ਕੀ ਕਹਾਣੀ, ਤੇ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਕਹਾਣੀ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਤੇ ਹੁਣ ਅਸੀਂ ਕਰਾਂਗੇ ਪੋਸਟ ਰੀਡਿੰਗ ਅਤੇ ਬੈਕ ਐਕਸਰਸਾਈਜ਼। ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਵੋਕੈਬਲਰੀ ਐਕਸਪੈਂਸ਼ਨ। ਸਾਡੀ ਸ਼ਬਦਾਵਲੀ ਵਿੱਚ ਕੀ ਵਾਧਾ ਹੋਇਆ? ਸੇਮ ਐਨੀਮਲਸ ਲਿਵ ਔਰ ਮੂਵ ਟੁਗੇਦਰ। ਦ ਗਰੁੱਪ ਆਫ ਐਨੀਮਲਸ ਹੈਵ ਡਿਫਰੈਂਟ ਨੇਮਸ। ਐਲੀਫੈਂਟਸ ਮੂਵ ਇਨ ਹਰਡਸ, ਰੈਬਿਟਸ ਲਿਵ ਇਨ ਕਲੋਨੀਜ਼ ਐਂਡ ਬਰਡਸ ਫਲੌਕ ਟੁਗੇਦਰ। Herds and colonies are also collective nouns. Collective nouns are names for a collection or a number of people or things. ਤੇ ਜਿਵੇਂ ਹੁਣ ਅਸੀਂ ਇੱਥੇ ਪੜ੍ਹ ਚੁੱਕੇ ਹਾਂ ਕਿ herd of elephants, colony of rabbits, ਤੇ ਹੈ ਨਾ ਕਲੈਕਟਿਵ ਨਾਊਨਸ ਹਨ। ਤੇ ਕਲੈਕਟਿਵ ਨਾਊਨ ਕੀ ਹੁੰਦਾ? ਜਦੋਂ ਇੱਕ ਕਲੈਕਸ਼ਨ ਹੋਏ, ਨੰਬਰ ਆਫ ਪੀਪਲ ਆਫ ਥਿੰਗਸ ਦੀ ਕਲੈਕਸ਼ਨ ਹੋਏ ਤਾਂ ਅਸੀਂ ਉਸਨੂੰ ਕਹਿੰਦੇ ਹਾਂ, ਜਾਂ ਝੁੰਡ ਹੋਏ ਜਾਂ ਗਰੁੱਪ ਹੋਏ ਤੇ ਉਸਨੂੰ ਕਲੈਕਟਿਵ ਨਾਊਨ ਕਿਹਾ ਜਾਂਦਾ। ਤੇ ਅਸੀਂ ਹੋਰ ਐਗਜ਼ਾਮਪਲਸ ਕਰਦੇ ਹਾਂ, ਜਿਵੇਂ ਕਿ ਗਰੁੱਪ ਆਫ ਹਾਰਸਿਸ ਨੂੰ ਟੀਮ ਆਫ ਹਾਰਸਿਸ ਕਿਹਾ ਜਾਂਦਾ ਹੈ, ਗਰੁੱਪ ਆਫ ਆਂਟਸ ਨੂੰ ਆਰਮੀ ਆਫ ਆਂਟਸ ਕਿਹਾ ਜਾਂਦਾ ਹੈ, ਗਰੁੱਪ ਆਫ ਵਲਚਰਸ ਨੂੰ ਵੇਕ ਆਫ ਵਲਚਰਸ ਕਿਹਾ ਜਾਂਦਾ ਹੈ, ਗਰੁੱਪ ਆਫ ਕਾਰਡਸ ਜਿਵੇਂ ਕਿ ਜਿਹੜੇ ਪੱਤੇ ਹੁੰਦੇ ਨੇ ਤਾਸ਼ ਦੇ ਤੇ ਉਸਨੂੰ ਕਿਹਾ ਜਾਂਦਾ ਪੈਕ ਆਫ ਕਾਰਡਸ, ਗਰੁੱਪ ਆਫ ਲੇਡੀਜ਼ ਨੂੰ ਕਿਹਾ ਜਾਂਦਾ ਬੈਵੀ ਆਫ ਲੇਡੀਜ਼। ਤੇ ਇਸ ਤੋਂ ਬਾਅਦ ਐਕਟੀਵਿਟੀ 2 ਤੇ ਇੱਕ ਪਾਸੇ ਸਾਨੂੰ ਥਿੰਗਸ ਤੇ ਐਨੀਮਲਸ ਦਿੱਤੇ ਗਏ ਹਨ, ਥਿੰਗਸ ਤੇ ਐਨੀਮਲਸ ਤੇ ਦੂਜੇ ਪਾਸੇ ਕਲੈਕਟਿਵ ਨਾਊਨਸ ਤੇ ਅਸੀਂ ਉਹ ਭਰਨਾ ਹੈ ਕਿ ਕਿਹੜਾ ਕਲੈਕਟਿਵ ਨਾਊਨ ਹੈ। ਜਿਵੇਂ ਬਾਸਕਟ ਆਫ ਫਰੂਟਸ, ਅ ਬੰਚ ਆਫ ਕੀਸ, a library of books, a pack of cards, a bouquet of flowers, a pair of shoes। ਤੇ ਇਸ ਤੋਂ ਬਾਅਦ ਹੈ ਲਰਨਿੰਗ ਟੂ ਰੀਡ ਐਂਡ ਕੰਪਰੀਹੈਂਡ। ਤੇ ਸਭ ਤੋਂ ਪਹਿਲਾਂ ਸਾਡੇ ਤੋਂ ਐਕਟੀਵਿਟੀ 3 ਵਿੱਚ MCQ ਪੁੱਛੇ ਗਏ ਹਨ।
ਵਟ ਹੈਪਨ ਇਨ ਦ ਏਰੀਆ ਵੇਅਰ ਐਲੀਫੈਂਟਸ ਲਿਵਡ, ਜਿੱਥੇ ਐਲੀਫੈਂਟ ਰਹਿੰਦੇ ਸੀਗੇ ਉੱਥੇ ਕੀ ਹੋ ਗਿਆ? ਤੇ ਆਪਸ਼ਨਸ ਨੇ देयर वर फ्लड्स, देयर वाज नो वाटर, देयर वाज फायर इन द जंगल। ਤੇ ਇਸ ਦਾ ਆਨਸਰ ਹੈ देयर वाज नो वाटर, ਤੇ ਉੱਥੇ ਪਾਣੀ ਨਹੀਂ ਸੀਗਾ, ਉੱਥੇ ਸੁੱਕਾ ਪੈ ਗਿਆ ਸੀਗਾ। ਨੈਕਸਟ ਕੁਐਸਚਨ ਹੈ ਦ ਐਲੀਫੈਂਟ ਕਿੰਗ ਟੋਲਡ ਦ ਐਲੀਫੈਂਟ ਟੂ ਗੋ ਟੂ ਡਿਫਰੈਂਟ ਲੇਕਸ ਦ ਮੂਨ ਡਿਫਰੈਂਟ ਡਾਇਰੈਕਸ਼ਨਸ। ਤੇ ਇਸ ਦਾ ਉੱਤਰ ਹੈ ਡਿਫਰੈਂਟ ਡਾਇਰੈਕਸ਼ਨਸ, ਕਿ ਉਸਨੇ ਵੱਖਰੀਆਂ ਦਿਸ਼ਾਵਾਂ ਵਿੱਚ ਜਾਣ ਲਈ ਹਾਥੀਆਂ ਨੂੰ ਕਿਹਾ ਸੀਗਾ ਕਿੰਗ ਐਲੀਫੈਂਟ ਨੇ। ਵਟ ਵਾਸ ਕਲੋਜ਼ ਟੂ ਦ ਲੇਕ, ਹੁਣ ਲੇਕ ਦੇ ਨੇੜੇ ਕੀ ਸੀ? ਅ ਬਿਗ ਫੋਰੈਸਟ, ਅ ਕਲੋਨੀ ਆਫ ਰੈਬਿਟਸ ਜਾਂ ਦ ਮੂਨ। ਤੇ ਇਸ ਦਾ ਉੱਤਰ ਹੈ ਕਲੋਨੀ ਆਫ ਰੈਬਿਟਸ। ਹੁਣ ਨਵੀਂ ਝੀਲ ਦੇ ਨੇੜੇ ਕਲੋਨੀ ਆਫ ਰੈਬਿਟਸ ਸੀ। ਵਾਈ ਡਿਡ ਦ ਰੈਬਿਟਸ ਪੈਨਿਕ, ਤੇ ਹੁਣ ਜਿਹੜੇ ਖਰਗੋਸ਼ ਨੇ ਉਹ ਘਬਰਾਏ ਹੋਏ ਕਿਉਂ ਸਨ? ਥਾਊਜ਼ੈਂਡਸ ਆਫ ਰੈਬਿਟ ਡਾਈਡ, ਐਲੀਫੈਂਟ ਵੁੱਡ ਡਰਿੰਕ ਆਲ ਦ ਵਾਟਰ ਇਨ ਦ ਲੇਕ, ਦ ਮੂਨ ਵੁੱਡ ਗੈਟ ਐਂਗਰੀ। ਤੇ ਇਸ ਦਾ ਉੱਤਰ ਹੈ ਥਾਊਜ਼ੈਂਡਸ ਆਫ ਰੈਬਿਟ ਡਾਈਡ, ਕਿਉਂਕਿ ਉਹ ਕ੍ਰਸ਼ ਹੋ ਰਹੇ ਸੀਗੇ ਹਾਥੀਆਂ ਦੇ ਪੈਰਾਂ ਦੇ ਥੱਲੇ। ਅਗਲਾ ਹੈ ਵਟ ਡਿਡ ਦ ਕਿੰਗ ਆਫ ਰੈਬਿਟਸ ਵਾਂਟ ਅਦਰ ਰੈਬਿਟਸ ਟੂ ਫਾਈਂਡ। ਤੇ ਇਸ ਦਾ ਆਪਸ਼ਨਸ ਨੇ ਵਾਟਰ ਐਂਡ ਅਦਰ ਪਲੇਸ ਟੂ ਗੋ ਜਾਂ ਸੋਲਿਊਸ਼ਨ। ਤੇ ਕਿੰਗ ਆਫ ਰੈਬਿਟਸ ਨੇ ਤਾਂ ਸੋਲਿਊਸ਼ਨ ਲੱਭਣਾ ਸੀਗਾ, ਉਹਨਾਂ ਦਾ ਸਮੱਸਿਆ ਦਾ ਹੱਲ ਲੱਭਣਾ ਸੀਗਾ, ਤੇ ਇਸ ਦਾ ਉੱਤਰ ਹੈ ਸੋਲਿਊਸ਼ਨ। ਇਸ ਤੋਂ ਬਾਅਦ ਹੈ ਵਟ ਡਿਡ ਵਨ ਲਿਟਲ ਰੈਬਿਟ ਸੇ, ਤੇ ਇੱਕ ਛੋਟੇ ਜਿਹੇ ਰੈਬਿਟ ਨੇ, ਛੋਟੇ ਜਿਹੇ ਖਰਗੋਸ਼ ਨੇ ਕੀ ਕਿਹਾ? ਫਾਈਟ ਦ ਐਲੀਫੈਂਟਸ, ਹਾਈਡ ਟਿਲ ਦ ਐਲੀਫੈਂਟਸ ਗੋ ਅਵੇ, ਮੇਕ ਹਿਮ ਅ ਮੈਸੇਂਜਰ ਟੂ ਦ ਐਲੀਫੈਂਟ ਕਿੰਗ। ਤੇ ਉਸਨੇ ਇਹ ਕਿਹਾ ਸੀਗਾ ਕਿ ਮੈਨੂੰ ਮੈਸੇਂਜਰ ਬਣਾ ਦਿਓ, ਮੈਨੂੰ ਦੂਤ ਬਣਾ ਦਿਓ, ਤੇ ਮੈਂ ਐਲੀਫੈਂਟ ਕਿੰਗ ਕੋਲ ਇੱਕ ਸੁਨੇਹਾ ਲੈ ਕੇ ਜਾਵਾਂਗਾ। ਵਟ ਡਿਡ ਦ ਲਿਟਲ ਰੈਬਿਟ ਕਲਾਈਮ, ਕਿ ਉਹ ਕਿਸ ਚੀਜ਼ ਦੇ ਉੱਪਰ ਚੜਿਆ? ਮਾਊਂਟੇਨ, ਅ ਹਿਊਜ ਰੌਕ ਜਾਂ ਔਨ ਦ ਬੈਕ ਆਫ ਦ ਐਲੀਫੈਂਟ ਕਿੰਗ। ਤੇ ਇਸ ਦਾ ਉੱਤਰ ਹੈ ਹਿਊਜ ਰੌਕ, ਉਹ ਵੱਡੇ ਜਿਹੇ ਪੱਥਰ ਦੇ ਉੱਪਰ ਚੜਿਆ ਸੀ। ਵਟ ਡਿਡ ਦ ਲਿਟਲ ਰੈਬਿਟ ਸੇ ਟੂ ਦ ਐਲੀਫੈਂਟ ਕਿੰਗ, ਤੇ ਛੋਟੇ ਜਿਹੇ ਰੈਬਿਟ ਨੇ ਐਲੀਫੈਂਟ ਕਿੰਗ ਨੂੰ ਕੀ ਕਿਹਾ? that he was a messenger of the moon, he ordered the king to leave their area, ਜਾਂ that the elephant should be ready for fight। ਤੇ ਉਸਨੇ ਕਿਹਾ ਸੀਗਾ ਕਿ ਉਹ ਮੂਨ ਦਾ, ਚੰਦ ਦਾ ਮੈਸੇਂਜਰ ਹੈ, ਮੂਨ ਦਾ ਦੂਤ ਹੈ। ਵਟ ਮੈਸੇਜ ਡਿਡ ਹੀ ਗਿਵ ਟੂ ਦ ਕਿੰਗ, ਤੇ ਉਸਨੇ ਕਿੰਗ ਨੂੰ ਕੀ ਮੈਸੇਜ ਦਿੱਤਾ? ਕਿੰਗ ਦਾ ਮਤਲਬ ਹੈ ਕਿੰਗ ਐਲੀਫੈਂਟ ਨੂੰ। ਤੇ ਆਪਸ਼ਨਸ ਨੇ that the elephant herd had soiled the water of holy lake, ਤੇ ਇਹ ਤੇ ਕਿਹਾ ਹੀ ਸੀਗਾ। the rabbits were under special protection of the moon, ਤੇ ਇਹ ਵੀ ਕਿਹਾ ਸੀਗਾ। ਤੇ ਥਰਡ ਆਪਸ਼ਨ ਹੈ both A and B, ਤੇ ਇਹ ਬਿਲਕੁਲ ਠੀਕ ਹੈ, ਥਰਡ ਆਪਸ਼ਨ। where did the rabbit take the elephant king, ਤੇ ਹੁਣ ਜਿਹੜਾ ਰੈਬਿਟ ਐਲੀਫੈਂਟ ਕਿੰਗ ਨੂੰ ਕਿੱਥੇ ਲੈ ਗਿਆ ਸੀਗਾ? a lake, another forest ਜਾਂ none of the above। ਤੇ ਉਸ ਦਾ ਉੱਤਰ ਹੈ a lake। ਤੇ ਹੁਣ ਇਸ ਤੋਂ ਬਾਅਦ ਆਨਸਰ ਦਾ ਫੋਲੋਇੰਗ ਕੁਐਸਚਨਸ। ਹੁਣ ਅਸੀਂ ਕੁਐਸਚਨਸ ਦੇ ਆਨਸਰਸ ਕਰਨੇ ਆ। what happened to the place where the herd of elephants lived, ਤੇ ਜਿੱਥੇ ਐਲੀਫੈਂਟਸ ਰਹਿੰਦੇ ਸਨ ਤੇ ਉੱਧਰ ਕੀ ਹੋਇਆ ਸੀਗਾ? ਅ ਸੀਵੀਅਰ ਡਰੌਟ ਹਿਟ ਦ ਏਰੀਆ ਵੇਅਰ ਦ ਹਰਡ ਆਫ ਐਲੀਫੈਂਟਸ ਲਿਵਡ, ਤੇ ਉੱਥੇ ਸੁੱਕਾ ਪੈ ਗਿਆ ਸੀਗਾ। ਵੇਅਰ ਵਾਜ਼ ਦ ਵਾਟਰ ਫਾਊਂਡ, ਤੇ ਉਹਨਾਂ ਨੂੰ ਪਾਣੀ ਕਿੱਥੇ ਮਿਲਿਆ ਸੀਗਾ? ਵਾਟਰ ਵਾਜ਼ ਫਾਊਂਡ ਇਨ ਅ ਲਾਰਜ ਲੇਕ ਵਿਚ ਵਾਜ਼ ਸਿਚੁਏਟਡ ਇਨ ਅਨਦਰ ਜੰਗਲ ਫਾਰ ਅਵੇ, ਤੇ ਇੱਕ ਵੱਡੀ ਜਿਹੀ ਝੀਲ ਵਿੱਚ ਉਹਨਾਂ ਨੂੰ ਪਾਣੀ ਮਿਲਿਆ ਸੀਗਾ, ਤੇ ਉਹ ਝੀਲ ਦੂਜੇ ਜੰਗਲ ਵਿੱਚ ਸੀਗਾ, ਕਿਤੇ ਦੂਰ ਜਾ ਕੇ। ਹੂ ਬਿਕੇਮ ਦਾ ਮੈਸੇਂਜਰ, ਤੇ ਦੂਤ ਜਾਂ ਸੰਦੇਸ਼ਵਾਹਕ ਕੌਣ ਬਣਿਆ? ਅ ਲਿਟਲ ਰੈਬਿਟ ਬਿਕੇਮ ਦਾ ਮੈਸੇਂਜਰ। ਇਸ ਤੋਂ ਬਾਅਦ ਹੈ ਵਾਈ ਡਿਡ ਦ ਮੂਨ ਇਨ ਦ ਵਾਟਰ ਮੂਵ ਟੂ ਐਂਡ ਫਰੋ, ਤੇ ਹੁਣ ਜਦੋਂ ਮੂਨ ਹੈ ਉਹ ਪਾਣੀ ਵਿੱਚ ਹੈ, ਉਹ ਇੱਧਰ ਉੱਧਰ ਕਿਉਂ ਮੂਵ ਕਰ ਰਿਹਾ ਸੀਗਾ? ਵੈਨ ਦ ਐਲੀਫੈਂਟ ਡਿਪਡ ਇਟਸ ਟਰੰਕ ਇਨਟੂ ਦ ਵਾਟਰ ਇਟ ਗॉट ਡਿਸਟਰਬਡ ਐਂਡ ਮੂਵ ਟੂ ਐਂਡ ਫਰੋ, ਤੇ ਜਦੋਂ ਹਾਥੀ ਨੇ ਆਪਣੀ ਟਰੰਕ, ਆਪਣੀ ਜਿਹੜੀ ਸੁੰਡ ਹੈ ਉਹ ਪਾਣੀ ਵਿੱਚ ਪਾਈ, ਲੇਕ ਵਿੱਚ ਪਾਈ, ਤਾਂ ਇੱਧਰ ਉੱਧਰ ਉਹ ਹਿਲਣ ਲੱਗ ਪਿਆ ਪਾਣੀ, ਤੇ ਇਸ ਕਰਕੇ ਇਟ ਮੂਵ ਟੂ ਐਂਡ ਫਰੋ। ਤੇ ਇਸ ਤੋਂ ਬਾਅਦ ਵਾਈ ਡਿਡ ਦ ਐਲੀਫੈਂਟ ਕਿੰਗ ਬਿਲੀਵ ਡੈਟ ਮੂਨ ਹੈਡ ਬਿਕਮ ਐਂਗਰੀਅਰ, ਤੇ ਐਲੀਫੈਂਟ ਕਿੰਗ ਨੂੰ ਇਹ ਕਿਉਂ ਲੱਗਿਆ ਕਿ ਜਿਹੜਾ ਮੂਨ ਹੈ ਉਹ ਚੰਨ ਹੈ, ਉਹਨੂੰ ਗੁੱਸਾ ਆ ਗਿਆ, ਮੂਨ ਨੂੰ ਗੁੱਸਾ ਆ ਗਿਆ। ਤੇ ਇਸ ਦਾ ਆਨਸਰ ਹੈ ਵੈਨ ਦ ਰਿਫਲੈਕਸ਼ਨ ਆਫ ਮੂਨ ਸਟਾਰਟਡ ਮੂਵਿੰਗ ਟੂ ਐਂਡ ਫਰੋ ਦ ਰੈਬਿਟ ਟੋਲਡ ਦ ਐਲੀਫੈਂਟ ਡੈਟ ਦ ਮੂਨ ਹੈਡ ਬਿਕਮ ਐਂਗਰੀਅਰ, ਤੇ ਜਦੋਂ ਰਿਫਲੈਕਸ਼ਨ ਆਫ ਮੂਨ ਹੈ ਪਾਣੀ ਵਿੱਚ ਇੱਧਰ ਉੱਧਰ ਹੋਣ ਲੱਗ ਪਿਆ, ਤੇ ਰੈਬਿਟ ਨੇ ਐਲੀਫੈਂਟ ਨੂੰ ਕਹਿ ਦਿੱਤਾ ਕਿ ਚੰਨ ਨੂੰ ਗੁੱਸਾ ਆ ਗਿਆ, ਤੇ ਇਸ ਕਰਕੇ ਐਲੀਫੈਂਟ ਕਿੰਗ ਨੂੰ ਲੱਗਿਆ ਕਿ ਵੀ ਮੂਨ ਨੂੰ ਚੰਨ ਨੂੰ ਗੁੱਸਾ ਆ ਗਿਆ ਹੈ। ਤੇ ਦੋਸਤੋ ਇਹ ਤਾਂ ਸੀਗਾ ਲਿਟਰੇਚਰ ਪਾਰਟ। ਹੁਣ ਅਸੀਂ ਕਰਾਂਗੇ ਲੈਂਗੁਏਜ ਜਾਂ ਗ੍ਰਾਮਰ ਪਾਰਟ, ਤੇ ਇਸ ਵਿੱਚ ਸਾਨੂੰ ਨਾਊਨ ਪੜ੍ਹਨਾ ਹੈ। ਨਾਊਨ ਵਿੱਚ ਅਸੀਂ ਕੀ ਪੜ੍ਹਾਂਗੇ? ਜੈਂਡਰ। ਜੈਂਡਰ ਹੁੰਦਾ ਹੈ ਲਿੰਗ ਬਦਲੋ, ਤੇ ਲਿਖਿਆ ਜੈਂਡਰ ਇਜ਼ ਅ ਟਾਈਪ ਆਫ ਨਾਊਨ, ਦੇयर ਆਰ 4 ਟਾਈਪਸ ਆਫ ਜੈਂਡਰਸ। ਤੇ ਜੈਂਡਰ ਹੈ ਉਹ ਵੀ ਲਿੰਗ ਹੈ, ਉਹ ਵੀ ਇੱਕ ਤਰ੍ਹਾਂ ਦਾ ਨਾਊਨ ਹੁੰਦਾ, ਤੇ 4 ਟਾਈਪਸ ਆਫ ਜੈਂਡਰਸ ਹੁੰਦੇ ਨੇ। ਕਿਹੜੇ ਕਿਹੜੇ? ਮਸਕੂਲਿਨ ਜੈਂਡਰ, ਤੇ ਮਸਕੂਲਿਨ ਜੈਂਡਰ ਨੂੰ ਅਸੀਂ ਕਹਿ ਸਕਦੇ ਹਾਂ ਪੁਲਿੰਗ। The names of all male persons or animals are of masculine gender, ਜਿਵੇਂ man, uncle, lion, prince, master, etc. ਤੇ ਇਹ ਹੋ ਗਿਆ ਪੁਲਿੰਗ ਜਾਂ masculine gender। ਦੂਜਾ feminine gender, ਤੇ feminine gender ਅਸੀਂ ਇਸਤਰੀਲਿੰਗ ਨੂੰ ਕਹਿ ਸਕਦੇ ਹਾਂ। ਤਾਂ the names of all female persons or animals are of feminine gender, ਤੇ ਇਸਤਰੀਲਿੰਗ ਹੈ ਜਿਵੇਂ ਕਿ woman, daughter, queen, lioness, etc. ਤੀਜੀ ਕਿਸਮ ਹੈ neuter gender, ਤੇ neuter gender ਕੀ ਹੁੰਦਾ? Things that do not have life are neither male nor female।
ਤੇ ਜਿਨ੍ਹਾਂ ਵਿੱਚ ਲਾਈਫ ਹੀ ਨਹੀਂ ਹੁੰਦੀ ਤੇ ਇਸ ਕਰਕੇ ਉਹਨਾਂ ਚੀਜ਼ਾਂ ਨੂੰ ਨਿਊਟਰ ਜੈਂਡਰ ਕਿਹਾ ਜਾਂਦਾ ਕਿ ਉਹਨਾਂ ਵਿੱਚ ਲਾਈਫ ਤੇ ਹੁੰਦੀ ਨਹੀਂ ਤੇ ਉਹ ਨਾ ਮੇਲ ਹੁੰਦੇ ਨੇ ਨਾ ਫੀਮੇਲ, ਜਿਵੇਂ ਕਿ ਨਾਈਫ, ਕੰਪਿਊਟਰ, ਟਰੀ, ਚੇਅਰ, ਟੇਬਲ, ਸਾਈਕਲ। ਤੇ ਕਾਮਨ ਜੈਂਡਰ ਕੀ ਹੁੰਦਾ? ਤੇ ਕੁਝ ਵਰਡਸ, ਕੁਝ ਸ਼ਬਦ ਅਜਿਹੇ ਹੁੰਦੇ ਹਨ ਜੋ ਮੇਲਸ ਤੇ ਫੀਮੇਲਸ ਦੋਹਾਂ ਲਈ ਵਰਤੇ ਜਾਂਦੇ ਹਨ, ਜਿਵੇਂ ਚਾਈਲਡ, ਟੀਚਰ, ਸਟੂਡੈਂਟ, ਪੇਰੈਂਟ, ਲੀਡਰ। ਤੇ ਵਰਡ ਸੇਮ ਹੀ ਰਹੇਗਾ ਤੇ ਮੇਲ ਵਾਸਤੇ ਵੀ ਚਾਈਲਡ ਹੀ ਰਹੇਗਾ ਤੇ ਫੀਮੇਲ ਵਾਸਤੇ ਵੀ ਚਾਈਲਡ ਹੀ ਰਹੇਗਾ। ਤੇ ਮੇਲ ਟੀਚਰ ਨੂੰ ਵੀ ਟੀਚਰ ਕਿਹਾ ਜਾਏਗਾ ਤੇ ਫੀਮੇਲ ਟੀਚਰ ਨੂੰ ਵੀ ਟੀਚਰ ਕਿਹਾ ਜਾਏਗਾ। ਤੇ ਇਸ ਕਰਕੇ ਕਾਮਨ ਜੈਂਡਰ ਦੀ ਕੈਟਾਗਰੀ ਵਿੱਚ ਆਉਂਦਾ। ਤੇ ਇਸ ਤੋਂ ਬਾਅਦ ਸਾਨੂੰ ਐਕਟੀਵਿਟੀ 5 ਦਿੱਤੀ ਗਈ ਹੈ, ਜਿਸ ਵਿੱਚ ਅਸੀਂ ਮੈਸਕੂਲਿਨ ਤੋਂ ਫੈਮਿਨਿਨ ਬਣਾਉਣਾ ਹੈ ਤੇ ESS ਲਗਾਉਣਾ ਹੈ। ਤੇ ਕਿਸ ਤਰ੍ਹਾਂ, ਜਿਵੇਂ ਗॉड, गॉडेस, वेटर, वेटरेस, टाइगर, टाइग्रेस, लायन, लायनेस, प्रिंस, प्रिंसेस, एम्परर, एम्प्रेस, होस्ट, होस्टेस, ड्यूक। ड्यूक ਦਾ ਹੋ ਜਾਏਗਾ ਡਚੈਸ। ਤੇ ਡਿਊਕ ਕੀ ਹੁੰਦਾ? ਅ ਮੈਨ ਆਫ ਹਾਈਐਸਟ ਹੈਰੀਡੇਟਰੀ ਰੈਂਕ। ਤੇ ਐਕਟਰ ਦਾ ਹੋ ਜਾਏਗਾ ਐਕਟਰੈਸ। ਤੇ ਹੁਣ ਕਈ ਵਾਰੀ ਕੀ ਹੁੰਦਾ, ਐਕਟੀਵਿਟੀ 6 ਵਿੱਚ ਅਸੀਂ ਦੇਖਾਂਗੇ ਕਿ ਮੈਸਕੂਲਿਨ ਤੇ ਫੈਮਿਨਿਨ ਵਿੱਚ ਹੈ ਕਿ ਡਿਫਰੈਂਟ ਵਰਡਸ ਹੁੰਦੇ ਨੇ, ਜਿਵੇਂ ਕਿ ਬੁੱਲ, ਕਾਓ, ਸਨ, ਡਾਟਰ, ਹਾਰਸ, ਮੇਅਰ, ਅੰਕਲ, ਆਂਟ, ਨੈਫਿਊ, ਨੀਸ, ਸਰ, ਮੈਡਮ, ਬ੍ਰਦਰ, ਸਿਸਟਰ, ਫਾਦਰ, ਮਦਰ, ਮੇਲ, ਫੀਮੇਲ, ਹਸਬੈਂਡ, ਵਾਈਫ, ਗੂਸ, ਗੈਂਡਰ। ਤੇ ਗੂਸ ਤੇ ਗੈਂਡਰ ਹੈ ਉਹ ਬਰਡਸ ਹੁੰਦੇ ਨੇ, ਹੰਸ ਨੂੰ ਗੂਸ ਕਿਹਾ ਜਾਂਦਾ। ਤੇ ਇਸ ਤੋਂ ਬਾਅਦ ਐਕਟੀਵਿਟੀ 7, ਸਮਟਾਈਮਸ ਹਾਫ ਦਾ ਵਰਡ ਦੈਟ ਸ਼ੋਜ਼ ਜੈਂਡਰ ਗੈਟਸ ਚੇਂਜ। ਕਈ ਵਾਰੀ ਹਾਫ ਵਰਡ ਨੂੰ ਚੇਂਜ ਕੀਤਾ ਜਾਂਦਾ, ਜਿਵੇਂ ਮਿਲਕਮੈਨ, ਮਿਲਕਮੇਡ, ਲੈਂਡਲॉर्ड, ਲੈਂਡਲੇਡੀ, ਪੀਕੌਕ, ਪੀਹੈਨ, ਹੀ ਗੋਟ, ਸ਼ੀ ਗੋਟ, ਫਾਦਰ ਇਨ ਲਾਅ, ਮਦਰ ਇਨ ਲਾਅ, ਗ੍ਰੈਂਡਫਾਦਰ, ਗ੍ਰੈਂਡਮਦਰ, ਸਨ ਇਨ ਲਾਅ, ਡਾਟਰ ਇਨ ਲਾਅ, grandson, granddaughter, policeman, policewoman। ਇਸ ਤੋਂ ਬਾਅਦ ਐਕਟੀਵਿਟੀ 8, some words change but their patterns are different। ਵੀ ਵਰਡ ਚੇਂਜ ਹੋ ਜਾਂਦਾ ਬਟ ਪੈਟਰਨ ਹੈ ਡਿਫਰੈਂਟ। ਜਿਵੇਂ ਹੀਰੋ, ਹੀਰੋਇਨ, ਲੈਟ, ਲਸ। ਤੇ ਜਿਵੇਂ ਛੋਟੇ ਜਿਹੇ ਮੁੰਡੇ ਨੂੰ ਲੈਡ ਕਿਹਾ ਜਾਂਦਾ ਤਾਂ ਛੋਟੇ ਜਿਹੀ ਕੁੜੀ ਨੂੰ ਲਸ ਕਿਹਾ ਜਾਂਦਾ। ਬ੍ਰਾਈਡ ਗਰੂਮ, ਬ੍ਰਾਈਡ, ਵਿਡੋਵਰ, ਵਿਡੋ, ਸੁਲਤਾਨ, ਸੁਲਤਾਨਾ, ਜ਼ਾਰ, ਜ਼ਾਰੀਨਾ। ਤੇ ਪਹਿਲਾਂ ਦੇ ਸਮੇਂ ਵਿੱਚ ਰਸ਼ੀਅਨ ਕਿੰਗ ਨੂੰ ਜ਼ਾਰ ਕਿਹਾ ਜਾਂਦਾ ਸੀ, ਇਸ ਵਿੱਚ ਸੀ ਸਾਇਲੈਂਟ ਹੈ ਤੇ ਜ਼ਾਰੀਨਾ ਹੋ ਗਈ ਕੁਈਨ। ਤੇ ਮੈਜੀਸ਼ੀਅਨ, ਸੋਸਰੈਸ, ਫੀਮੇਲ ਮੈਜੀਸ਼ੀਅਨ ਨੂੰ ਸੋਸਰੈਸ ਕਿਹਾ ਜਾਂਦਾ। ਤੇ ਇਸ ਤੋਂ ਬਾਅਦ ਐਕਟੀਵਿਟੀ 9, ਤੇ ਉਹ ਵਰਡਸ ਜਿਹੜੇ ਕਾਮਨ ਹੁੰਦੇ ਨੇ ਬੋਥ ਜੈਂਡਰਸ ਵਿੱਚ, ਜਿਵੇਂ ਪਾਇਲਟ, ਬਰਡ, ਬੇਬੀ, ਡਾਕਟਰ, ਚਾਈਲਡ, ਪ੍ਰੈਜ਼ੀਡੈਂਟ, ਸਟੂਡੈਂਟ, ਡਰਾਈਵਰ, ਸਿੰਗਰ, ਫਰੈਂਡ, ਪੇਰੈਂਟ, ਟੀਚਰ, ਮੈਂਬਰ, ਕੈਂਡੀਡੇਟ, ਲੀਡਰ, ਇੰਜੀਨੀਅਰ, ਇੰਪਲੋਈ, ਡਾਂਸਰ। ਤੇ ਉਸ ਤੋਂ ਬਾਅਦ ਐਕਟੀਵਿਟੀ 10 ਵਿੱਚ ਸਮ ਵਰਡਸ ਹੈਵ ਨੋ ਜੈਂਡਰ, ਜੋ ਕਿ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ, ਉਸ ਨੂੰ ਨਿਊਟਰ ਜੈਂਡਰ ਕਿਹਾ ਜਾਂਦਾ। ਤੇ ਇਸ ਵਿੱਚ ਮੋਸਟਲੀ ਥਿੰਗਸ ਦੇ ਨਾਂ ਆਉਣਗੇ, ਜਿਵੇਂ ਕਿ ਚੇਅਰ, ਪੇਪਰ, ਬੁੱਕ, ਸਕੂਲ, ਪੈਨਸਿਲ, ਨੋਟਬੁੱਕ, ਪੈਨ, ਫਾਊਂਟੇਨ, ਫੈਨ, ਕੰਪਿਊਟਰ, ਕੈਮਰਾ, ਫੋਟੋ, ਕਵਰ, ਟੇਬਲ। ਤੇ ਇਸ ਤੋਂ ਬਾਅਦ ਫਿਲ ਇਨ ਦ ਬਲੈਂਕਸ। ਅ ਕੁਈਨ ਵੀਅਰਸ ਅ ਕਰਾਊਨ, ਅ ਪਾਇਲਟ ਫਲਾਈਜ਼ ਐਨ ਐਰੋਪਲੇਨ, ਮਾਈ ਗ੍ਰੈਂਡਮਦਰ ਇਜ਼ ਐਨ ਓਲਡ ਲੇਡੀ, my father is very kind and caring man, a cow gives us milk, a hen lays eggs, my father's brother is my uncle, my mother's sister is my aunt, a duck quacks all day long in pond, a cock says cock a doodle doo। ਤੇ ਐਕਟੀਵਿਟੀ 12 ਵਿੱਚ ਅਸੀਂ ਆਪੋਜ਼ਿਟ ਜੈਂਡਰ ਲਿਖਣਾ ਹੈ, ਹਸਬੈਂਡ, ਵਾਈਫ, ਮਾਸਟਰ, ਮਿਸਟਰੈਸ, ਮਿਲਕਮੇਡ, ਮਿਲਕਮੈਨ, ਪੀਹੈਨ, ਪੀਕੌਕ, ਨੈਫਿਊ, ਨੀਸ, ਵਾਸ਼ਰਮੈਨ, ਵਾਸ਼ਰਵੂਮੈਨ, president, president, queen, king, goose, gander, princess, prince। ਤੇ ਇਸ ਤੋਂ ਬਾਅਦ ਰੀਡਿੰਗ ਹੈ ਸ਼ਾਰਟ ਪੈਸੇਜ। ਤੇ ਇਸ ਤੋਂ ਬਾਅਦ ਸਾਨੂੰ ਇੱਕ ਬਹੁਤ ਹੀ ਵਧੀਆ ਤੇ ਛੋਟੀ ਜਿਹੀ ਸਟੋਰੀ ਦਿੱਤੀ ਗਈ ਹੈ, ਆਓ ਅਸੀਂ ਇਸ ਨੂੰ ਪੜ੍ਹਦੇ ਹਾਂ ਤੇ ਉਸ ਤੋਂ ਬਾਅਦ ਕੁਐਸਚਨ ਆਨਸਰਸ ਕਰਦੇ ਹਾਂ। The king was very angry. He ordered his guards to put his minister in prison. The minister had argued with the king on some law and order issue. The minister was put in prison। ਤੇ ਕਿੰਗ ਰਾਜੇ ਨੂੰ ਬਹੁਤ ਗੁੱਸਾ ਆਇਆ ਸੀਗਾ ਤੇ ਉਸਨੇ ਆਪਣੇ ਗਾਰਡਸ ਨੂੰ, ਆਪਣੇ ਸਿਪਾਹੀਆਂ ਨੂੰ ਕਿਹਾ ਕਿ ਮਿਨਿਸਟਰ ਨੂੰ, ਮੰਤਰੀ ਨੂੰ ਜੇਲ੍ਹ ਵਿੱਚ ਪਾ ਦਿਓ। ਤੇ ਮਿਨਿਸਟਰ ਦੀ ਰਾਜੇ ਦੇ ਨਾਲ ਕੋਈ ਕਿਸੇ ਲਾਅ ਐਂਡ ਆਰਡਰ ਇਸ਼ੂ ਵਿੱਚ ਹੈ ਉਹ ਬਹਿਸ ਹੋ ਗਈ ਸੀਗੀ ਤੇ ਇਸ ਕਰਕੇ ਜਿਹੜੇ ਮਿਨਿਸਟਰ ਨੂੰ, ਮੰਤਰੀ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ। One day the emperor went to the prison to see his minister. The king told him, I will set you free on one condition. You must bring me a horse that is neither white nor black nor brown nor grey। The minister was surprised at this demand. However, he agreed to this condition। ਤੇ ਫਿਰ ਰਾਜਾ ਜੇਲ੍ਹ ਵਿੱਚ ਆਪਣੇ ਮਿਨਿਸਟਰ ਨੂੰ ਦੇਖਣ ਗਿਆ ਤੇ ਰਾਜੇ ਨੇ ਉਸਨੂੰ ਕਿਹਾ ਕਿ ਮੈਂ ਤੈਨੂੰ ਇੱਕ ਸ਼ਰਤ ਵਿੱਚ ਜੇਲ੍ਹ ਤੋਂ ਰਿਹਾ ਕਰ ਸਕਦਾ, ਫ੍ਰੀ ਕਰ ਸਕਦਾ। ਤੂੰ ਮੈਨੂੰ ਇੱਕ ਘੋੜਾ ਲਿਆ ਕੇ ਦੇਣਾ ਹੈ ਜੋ ਕਿ ਨਾ ਚਿੱਟੇ ਰੰਗ ਦਾ ਹੋਏ, ਨਾ ਬਲੈਕ ਰੰਗ, ਨਾ ਕਾਲੇ ਰੰਗ ਦਾ ਹੋਏ, ਨਾ ਬਰਾਊਨ ਭੂਰੇ ਰੰਗ ਦਾ ਹੋਏ ਤੇ ਨਾ ਗ੍ਰੇ ਕਲਰ ਦਾ ਹੋਏ। ਤੇ ਇਸ ਤਰ੍ਹਾਂ ਦਾ ਕੋਈ ਹਾਰਸ ਹੁੰਦਾ ਹੀ ਨਹੀਂ, ਕਿਉਂਕਿ ਕੋਈ ਵੀ ਹਾਰਸ ਹੈ ਜਾਂ ਵਾਈਟ ਹੁੰਦਾ ਜਾਂ ਬਲੈਕ ਹੁੰਦਾ ਜਾਂ ਬਰਾਊਨ ਹੁੰਦਾ ਜਾਂ ਗ੍ਰੇ ਹੁੰਦਾ। ਤੇ ਮਿਨਿਸਟਰ ਬਹੁਤ ਹੈਰਾਨ ਸੀ ਤੇ ਉਹ ਇਸ ਕੰਡੀਸ਼ਨ ਵਾਸਤੇ ਮੰਨ ਗਿਆ।
A week later minister came to the palace। एक हफ्ते बाद मिनिस्टर आया ਤੇ ਕਿੰਗ ਨੇ ਉਸ ਨੂੰ ਪੁੱਛਿਆ, ਰਾਜੇ ਨੇ ਪੁੱਛਿਆ ਕਿ ਤੈਨੂੰ ਹੈਵ ਯੂ ਫਾਈਂਡ ਅ ਹਾਰਸ, ਕਿ ਤੈਨੂੰ ਜਿਹੜਾ ਘੋੜਾ ਲੱਭ ਗਿਆ। ਤੇ ਮਿਨਿਸਟਰ ਨੇ ਕਿਹਾ ਕਿ ਯੈਸ ਮਾਈ ਲਾਰਡ, ਹਾਂ ਮੈਨੂੰ ਮਿਲ ਗਿਆ, ਬਟ ਆਈ ਵਿਲ ਸ਼ੋ ਹਿਮ ਟੂ ਯੂ ਓਨਲੀ ਔਨ ਅ ਰਿਲੀਜੀਅਸ ਡੇ। ਦ ਕਿੰਗ ਐਗਰੀਡ, ਲੈਟ ਮੀ ਨੋ ਦ ਰਿਲੀਜੀਅਸ ਡੇ। ਤੇ ਮਿਨਿਸਟਰ ਨੇ ਕਿਹਾ ਕਿ ਮੈਨੂੰ ਘੋੜਾ ਲੱਭ ਗਿਆ, ਬਟ ਮੈਂ ਤੁਹਾਨੂੰ ਕਿਸੇ ਰਿਲੀਜੀਅਸ ਡੇ, ਕਿਸੇ ਧਾਰਮਿਕ ਦਿਨ ਨਹੀਂ ਦੇਵਾਂਗਾ, ਉਹ ਸ਼ੋਅ ਕਰਾਂਗਾ, ਕਿ ਕਿਸੇ ਧਾਰਮਿਕ ਦਿਨ ਹੀ ਤੁਹਾਨੂੰ ਉਹ ਸ਼ੋਅ ਕਰਾਂਗਾ। ਤੇ ਰਾਜੇ ਨੇ ਕਿਹਾ ਕਿ ਚਲੋ ਮੈਨੂੰ ਇਹ ਦੱਸੋ ਕਿ ਉਹ ਧਾਰਮਿਕ ਦਿਨ ਰਿਲੀਜੀਅਸ ਡੇ ਕਿਹੜਾ ਹੋਏਗਾ। ਤੇ ਮਿਨਿਸਟਰ ਨੇ ਕਿਹਾ, ਦ ਮਿਨਿਸਟਰ ਰਿਪਲਾਈਡ, ਆਈ ਵਿਲ ਸ਼ੋ ਯੂ ਦ ਹੌਰਸ ਔਨ ਅ ਡੇ ਅਦਰ ਦੈਨ ਸੰਡੇ, ਮੰਡੇ, ਟਿਊਜ਼ਡੇ, ਵੈਡਨਸਡੇ, ਥਰਸਡੇ, ਫਰਾਈਡੇ, ਸੈਟਰਡੇ, ਕਿ ਮੈਂ ਤੁਹਾਨੂੰ ਉਸ ਦਿਨ ਦਿਖਾਵਾਂਗਾ ਜੋ ਨਾ ਸੰਡੇ, ਮੰਡੇ, ਟਿਊਜ਼ਡੇ, ਵੈਡਨਸਡੇ, ਥਰਸਡੇ, ਫਰਾਈਡੇ, ਸੈਟਰਡੇ, ਤੇ ਇਹਨਾਂ ਦੇ ਨਾਂ ਵਿੱਚ ਨਹੀਂ ਦਿਖਾਵਾਂਗਾ, ਕਿਸੇ ਹੋਰ ਦਿਨ ਦਿਖਾਵਾਂਗਾ। ਤੇ ਜਿਵੇਂ ਕਿੰਗ ਨੇ ਕਿਹਾ ਸੀ ਕਿ ਇਸ ਕਲਰ ਦਾ ਹਾਰਸ ਨਹੀਂ ਹੋਣਾ ਚਾਹੀਦਾ, ਹੋਰ ਕੋਈ ਕਲਰ ਦਾ ਹਾਰਸ ਹੋਣਾ ਚਾਹੀਦਾ, ਤੇ ਇਸੇ ਤਰ੍ਹਾਂ ਮਿਨਿਸਟਰ ਨੇ ਕਿਹਾ ਕਿ ਇਸ ਦਿਨ ਨਹੀਂ ਦਿਖਾਵਾਂਗਾ, ਰਿਲੀਜੀਅਸ ਡੇ ਹੋਰ ਦਿਨ ਦਿਖਾਵਾਂਗਾ। ਦ ਕਿੰਗ ਸਟਾਰਟਡ ਲਾਫਿੰਗ, ਹੀ ਵਾਸ ਕਲੈਵਰਲੀ ਆਊਟਸਮਾਰਟ ਬਾਈ ਹਿਜ਼ ਮਿਨਿਸਟਰ। ਤੇ ਕਿੰਗ ਹੈ ਉਹ ਹੱਸਣ ਲੱਗ ਪਿਆ, ਤੇ ਉਸਨੂੰ ਪਤਾ ਲੱਗ ਗਿਆ ਸੀਗਾ ਕਿ ਉਸ ਦੀ ਚਲਾਕੀ ਨੂੰ ਆਊਟਸਮਾਰਟ ਕੀਤਾ ਜਾ ਚੁੱਕਿਆ, ਵੀ ਉਸ ਦੀ ਗੱਲ ਉਸ ਦੇ ਉੱਪਰ ਹੀ ਭਾਰੀ ਪੈ ਗਈ। ਦ ਮਿਨਿਸਟਰ ਵਾਸ ਸੈਟ ਫ੍ਰੀ ਐਂਡ ਪ੍ਰਮੋਟਡ ਟੂ ਦ ਨੈਕਸਟ ਹਾਇਰ ਪੋਜੀਸ਼ਨ। ਤੇ ਮਿਨਿਸਟਰ ਨੂੰ ਫਿਰ ਰਿਹਾ ਕਰ ਦਿੱਤਾ ਗਿਆ, ਤੇ ਉਸਨੂੰ ਉਸਦੀ ਪ੍ਰਮੋਸ਼ਨ ਵੀ ਹੋ ਗਈ, ਅਗਲੀ ਪੋਜੀਸ਼ਨ ਉਸਨੂੰ ਦੇ ਦਿੱਤੀ ਗਈ, ਹਾਇਰ ਪੋਜੀਸ਼ਨ। ਤੇ ਇੱਥੇ ਸਾਨੂੰ ਵਰਡ ਮੀਨਿੰਗਸ ਲਿਖਣੇ। ਆਊਟਸਮਾਰਟ ਦਾ ਮਤਲਬ ਹੁੰਦਾ ਟੂ ਡਿਫੀਟ ਸਮਵਨ ਬਾਏ ਬੀਇੰਗ ਕਲੈਵਰ, ਵੀ ਕਿਸੇ ਨੂੰ ਗੱਲਾਂ ਵਿੱਚ ਹਲਾਣਾ ਆਪਣੀ ਚਲਾਕੀ ਦੇ ਨਾਲ। ਤੇ ਇਸ਼ੂ ਦਾ ਮਤਲਬ ਹੁੰਦਾ ਇੰਪੋਰਟੈਂਟ ਟੌਪਿਕ। ਤੇ ਇਸ ਤੋਂ ਬਾਅਦ ਸਾਡੇ ਤੋਂ ਕੁਐਸਚਨਸ ਪੁੱਛੇ ਗਏ ਹਨ। ਵਾਈ ਵਾਜ਼ ਅ ਕਿੰਗ ਐਂਗਰੀ, ਤੇ ਰਾਜੇ ਨੂੰ ਗੁੱਸਾ ਕਿਉਂ ਆਇਆ ਸੀ। ਦ ਕਿੰਗ ਵਾਜ਼ ਐਂਗਰੀ ਬਿਕੋਜ਼ ਅ ਮਿਨਿਸਟਰ ਹੈਡ ਆਰਗਿਊਡ ਵਿਦ ਹਿਮ ਔਨ ਸਮ ਲਾਅ ਐਂਡ ਆਰਡਰ ਇਸ਼ੂ, ਕਿਉਂਕਿ ਮਿਨਿਸਟਰ ਨੇ ਉਸ ਨਾਲ ਕਿਸੇ ਲਾਅ ਐਂਡ ਆਰਡਰ ਇਸ਼ੂ ਵਿੱਚ ਬਹਿਸ ਕੀਤੀ ਸੀ। Why was the minister surprised at king's demand, ਕਿ minister surprise ਕਿਉਂ ਹੋਇਆ ਸੀ। The minister was surprised at the king's demand because all horses were either black or brown or grey or white, ਕਿਉਂਕਿ ਹਰ ਕੋਈ ਵੀ ਘੋੜਾ ਜਾਂ ਬਲੈਕ ਹੁੰਦਾ ਜਾਂ ਬਰਾਊਨ ਹੁੰਦਾ ਜਾਂ ਵਾਈਟ ਹੁੰਦਾ ਜਾਂ ਗ੍ਰੇ ਹੁੰਦਾ। ਤੇ ਇਸ ਤੋਂ ਬਾਅਦ ਇਹੀ ਕੁਐਸਚਨ ਸਾਡੇ ਤੋਂ ਪੁੱਛੇ ਗਏ ਨੇ MCQ ਦੇ ਫਾਰਮ ਵਿੱਚ। ਦ ਆਰਗੂਮੈਂਟ ਬਿਟਵੀਨ ਦ ਕਿੰਗ ਐਂਡ ਮਿਨਿਸਟਰ ਵਾਜ਼ ਅਬਾਊਟ, ਇਜ਼ ਦ ਆਂਸਰ ਹੈ law and order issue. The king ordered his guards to put the minister in prison because the minister had argued with him on law and order issue, ਤੇ ਅਸੀਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ। ਇਸ ਤੋਂ ਬਾਅਦ the minister was surprised at king's demand because all horses were either black or brown or grey or white, ਤੇ ਇਹ ਵੀ ਕੁਐਸਚਨ ਅਸੀਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ। ਇਸ ਤੋਂ ਬਾਅਦ ਐਕਟੀਵਿਟੀ 14 ਦੇ ਇਸ ਵਿੱਚ ਅਸੀਂ ਨਾ ਰਾਈਮਿੰਗ ਵਰਡਸ ਲਿਖਣੇ ਹਨ। ਤੇ ਰਾਈਮਿੰਗ ਵਰਡਸ ਕੀ ਹੁੰਦਾ ਕਿ ਜਿਹੜੇ ਵਰਡਸ ਦੀ ਐਂਡਿੰਗ ਸਾਊਂਡ ਸਿਮਿਲਰ ਹੋਏ ਤਾਂ ਉਸਨੂੰ ਰਾਈਮਿੰਗ ਵਰਡਸ ਕਿਹਾ ਜਾਂਦਾ। ਤੇ ਜਿਵੇਂ ਮੂਨ, ਬਰੂਨ ਤੇ ON ਵਾਲੀ ਸਾਊਂਡ ਹੈਗੀ ਹੈ ਐਂਡ ਵਿੱਚ। ਤੇ ਇਸ ਤਰ੍ਹਾਂ ਦੇ ਹੋਰ ਵਰਡਸ ਕਿਹੜੇ ਹੋ ਸਕਦੇ ਨੇ, ਸਪੂਨ, ਟਾਈਕੂਨ, ਕੁਕੂਨ, ਗੂਨ। ਲੁਕਸ ਤੇ ਹੁਕਸ ਹੋ ਗਏ ਰਾਈਮਿੰਗ ਵਰਡਸ। ਤੇ ਹੋਰ ਵਰਡਸ ਕਿਹੜੇ ਹੋ ਸਕਦੇ ਨੇ, ਕਰੂਕਸ, ਬੁਕਸ, ਕੁਕਸ, ਬਰੁਕਸ, ਸਕਾਈ, ਮਾਈ। ਤੇ ਵਾਈ ਤੋਂ ਐਂਡ ਹੁੰਦੇ ਵਰਡਸ ਜਾਂ ਵਾਈ ਸਾਊਂਡ ਵਾਲੇ, ਵਾਈ ਐਂਡਿੰਗ ਸਾਊਂਡ ਵਾਲੇ ਵਰਡਸ, ਸਪਾਈ, ਟਰਾਈ, ਕਰਾਈ, ਫਰਾਈ। ਤੇ ਬ੍ਰਾਈਟ, ਫਰਾਈਟ ਤੇ HT ਵਾਲੀ ਸਾਊਂਡ ਹੈ। ਤੇ ਹੋਰ ਵਰਡਸ ਵਿੱਚ ਹੋਰ ਕਿਹੜੇ ਵਰਡਸ ਵਿੱਚ ਆ ਸਕਦੀ ਹੈ, ਮਾਈਟ, ਹਾਈਟ, ਡਿਲਾਈਟ, ਫਲਾਈਟ। ਤੇ ਐਂਡ ਵਿੱਚ ਹੈ ਲੈਟਰ ਰਾਈਟਿੰਗ। ਤੇ ਹੁਣ ਸਾਨੂੰ ਇਨਫੋਰਮਲ ਲੈਟਰ ਜੋ ਕਿ ਅਸੀਂ ਆਪਣੇ ਫਰੈਂਡਸ ਜਾਂ ਰਿਲੇਟਿਵਸ ਨੂੰ ਲਿਖ ਸਕਦੇ ਹਾਂ, ਤੇ ਉਸ ਦਾ ਕਿਹੜਾ ਫਾਰਮੈਟ ਫੋਲੋ ਕਰਨਾ ਹੈ। ਤੇ ਸਭ ਤੋਂ ਪਹਿਲਾਂ ਖੱਬੇ ਹੱਥ ਐਡਰੈਸ ਆਫ ਦਾ ਰਾਈਟਰ, ਕਿ ਜੋ ਰਾਈਟਰ ਹੈ, ਜੋ ਬੰਦਾ ਚਿੱਠੀ ਲਿਖ ਰਿਹਾ, ਉਸਦਾ ਐਡਰੈਸ ਆਉਣਾ ਚਾਹੀਦਾ ਹੈ। ਉਸ ਤੋਂ ਥੱਲੇ ਡੇਟ ਆਉਣੀ ਚਾਹੀਦੀ ਹੈ। ਉਸ ਤੋਂ ਬਾਅਦ ਸੈਲੂਟੇਸ਼ਨ ਮਤਲਬ ਕਿ ਅਸੀਂ ਕਿਸ ਤਰ੍ਹਾਂ ਐਡਰੈਸ ਕਰਨਾ ਹੈ। ਤੇ ਇਸ ਤੋਂ ਬਾਅਦ ਹੋ ਗਿਆ ਬੋਡੀ ਆਫ ਲੈਟਰ। ਤੇ ਬੋਡੀ ਆਫ ਲੈਟਰ ਵਿੱਚ 3 ਪਾਰਟਸ ਹੁੰਦੇ ਨੇ, 3 ਪੈਰਾ ਹੋਣੇ ਚਾਹੀਦੇ ਨੇ ਆਈਡੀਅਲੀ। ਪਹਿਲੇ ਵਿੱਚ ਇੰਟਰੋਡਕਸ਼ਨ, ਦੂਜੇ ਵਿੱਚ ਮੇਨ ਕੰਟੈਂਟ ਤੇ ਤੀਜੇ ਵਿੱਚ ਕਨਕਲੂਜਨ ਜਾਂ ਐਂਡਿੰਗ ਆਫ ਦਾ ਲੈਟਰ। ਤੇ ਐਂਡ ਵਿੱਚ ਸਬਸਕ੍ਰਿਪਸ਼ਨ ਇੰਕਲੂਡਿੰਗ ਰਾਈਟਰਸ ਨੇਮ, ਜਿਵੇਂ ਕਿ ਯੋਰਸ ਲਵਿੰਗਲੀ, ਯੂਅਰ ਡੀਅਰ ਫਰੈਂਡ, ਇਸ ਤਰ੍ਹਾਂ ਤੁਸੀਂ ਲਿਖ ਸਕਦੇ ਹੋ। ਤੇ ਬਾਅਦ ਵਿੱਚ ਆਪਣਾ ਨਾਮ। ਤੇ ਹੁਣ ਅਸੀਂ ਇੱਕ ਲੈਟਰ ਲਿਖ ਕੇ ਵੀ ਦੇਖਾਂਗੇ। ਐਕਟੀਵਿਟੀ 15 ਵਿੱਚ ਰਾਈਟ ਅ ਲੈਟਰ ਟੂ ਯੂਅਰ ਅੰਕਲ ਥੈਂਕਿੰਗ ਫॉर ਦ ਬਿਊਟੀਫੁਲ ਗਿਫਟ ਹੀ ਹੈਜ਼ ਸੈਂਟ ਟੂ ਯੂ, ਕਿ ਤੁਹਾਡੇ ਅੰਕਲ ਨੇ ਤੁਹਾਨੂੰ ਕੋਈ ਬਿਊਟੀਫੁਲ ਗਿਫਟ ਭੇਜਿਆ ਤੇ ਉਹਨਾਂ ਨੂੰ ਥੈਂਕ ਕਰਨ ਲਈ ਲੈਟਰ ਲਿਖੋ। ਤੇ ਲੈਟਰ ਵਿੱਚ ਤੁਸੀਂ ਪਹਿਲਾਂ ਆਪਣਾ ਐਡਰੈਸ ਲਿਖ ਸਕਦੇ ਹੋ, ਜਿਸ ਤਰ੍ਹਾਂ ਕਿ ਅਸੀਂ ਲੈਟਰ ਵਿੱਚ ਲਿਖਿਆ। ਤੇ 1 2 3 ਫੇਸ 8 ਅਸੀਂ ਲਿਖਿਆ। ਕੋਈ ਵੀ ਈਜ਼ੀ ਜਾਂ ਸਿੰਪਲ ਜਿਹਾ ਐਡਰੈਸ ਤੁਸੀਂ ਲਿਖ ਸਕਦੇ ਹੋ। ਤੇ ਉਸ ਤੋਂ ਬਾਅਦ ਸ਼ਹਿਰ ਦਾ ਨਾਂ, ਉਸ ਤੋਂ ਬਾਅਦ ਡੇਟ ਫਾਰਮੈਟ ਵੀ ਦੇਖ ਲਓ ਵੀ ਕਿਸ ਤਰ੍ਹਾਂ ਲਿਖਣਾ, ਜਿਸ ਤਰ੍ਹਾਂ ਅਸੀਂ ਲਿਖਿਆ ਹੋਇਆ। ਤੇ ਇਸ ਤੋਂ ਬਾਅਦ ਤੁਸੀਂ ਲਿਖੋਗੇ ਸੈਲੂਟੇਸ਼ਨ ਵਿੱਚ ਇੱਥੇ ਲਿਖ ਸਕਦੇ ਹੋ ਮਾਈ ਡੀਅਰ ਅੰਕਲ। ਤੇ ਇਸ ਤੋਂ ਬਾਅਦ ਤੁਸੀਂ ਲਿਖ ਸਕਦੇ ਹੋ ਹੋਪ ਯੂ ਆਰ ਫਾਈਨ ਐਟ ਯੂਅਰ ਐਂਡ, ਆਈ ਐਮ ਰਾਈਟਿੰਗ ਦਿਸ ਲੈਟਰ ਟੂ ਥੈਂਕ ਯੂ ਫॉर ਗਿਵਿੰਗ ਮੀ ਸੱਚ ਅ ਬਿਊਟੀਫੁਲ ਪ੍ਰੈਜ਼ੈਂਟ, ਆਈ ਆਲਵੇਜ਼ ਵਾਂਟਡ ਟੂ ਹੈਵ ਦੈਟ ਕਾਈਂਡ ਆਫ ਵਾਚ, ਯੂ ਫੁਲਫਿਲਡ ਵਨ ਆਫ ਮਾਈ ਵਿਸ਼ੇਸ ਅੰਕਲ, ਆਈ ਐਮ ਵੈਰੀ ਹੈਪੀ ਐਂਡ ਆਈ ਥੈਂਕ ਯੂ ਅ ਲੋਟ। ਫਿਰ ਉਸ ਤੋਂ ਬਾਅਦ ਤੁਸੀਂ ਲਿਖ ਸਕਦੇ ਹੋ ਇਟਸ ਨਾਟ ਓਨਲੀ ਅ ਪ੍ਰੈਜ਼ੈਂਟ ਫॉर ਮੀ ਰਾਦਰ ਇਟ ਇਜ਼ ਅ ਸਿੰਬਲ ਆਫ ਯੂਅਰ ਲਵ ਫॉर ਮੀ, ਵਨਸ ਅਗੇਨ ਆਈ ਥੈਂਕ ਯੂ ਹੋਲ ਹਾਰਟedly। ਤੇ ਇਸ ਤਰ੍ਹਾਂ ਤੁਸੀਂ ਵਧੀਆ ਜਿਹਾ ਲੈਟਰ ਲਿਖ ਸਕਦੇ ਹੋ। ਤੇ ਐਂਡ ਵਿੱਚ ਯੂਅਰਸ ਲਵਿੰਗਲੀ ਸਿਮਰਨਜੀਤ, ਤੇ ਇੱਥੇ ਤੁਸੀਂ ਆਪਣਾ ਨਾਮ ਲਿਖ ਸਕਦੇ ਹੋ।
ਤੇ ਫਰੈਂਡਸ ਇਹ ਸੀਗਾ ਚੈਪਟਰ 3 ਜੋ ਕਿ ਅਸੀਂ ਚੈਪਟਰ ਰੀਡਿੰਗ ਪਲੱਸ ਐਕਸਪਲੇਨੇਸ਼ਨ ਪਲੱਸ ਪੰਜਾਬੀ ਟ੍ਰਾਂਸਲੇਸ਼ਨ ਪਲੱਸ ਕੁਐਸਚਨ ਆਨਸਰਸ ਬੈਕ ਐਕਸਰਸਾਈਜ਼ ਤੇ ਗ੍ਰਾਮਰ ਪੋਰਸ਼ਨ ਆਲਰੇਡੀ ਕਵਰ ਕਰ ਲਿਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਚੈਪਟਰ ਬਹੁਤ ਹੀ ਵਧੀਆ ਤਰ੍ਹਾਂ ਸਮਝ ਆ ਗਿਆ ਹੋਵੇਗਾ। ਮਿਲਾਂਗੇ ਆਪ ਸਾਰਿਆਂ ਨੂੰ ਅਗਲੇ ਵੀਡੀਓ ਵਿੱਚ ਅਗਲੇ ਚੈਪਟਰ ਦੇ ਨਾਲ। ਉਦੋਂ ਤੱਕ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।